ਵਿਚਾਰਾਂ ਦੇ ਵਿੱਚ ਅਸੀਂ ਆਪਣੀ ਲਗਭਗ ਸੋਸ਼ਲ ਮੀਡੀਆ ਤੇ ਸਪਸ਼ਟ ਕਰ ਚੁੱਕੇ ਹਾਂ ਵੀ ਅਸੀਂ ਕਮੇਟੀ ਨਹੀਂ ਚਾਹੁੰਦੇ, ਅਸੀਂ ਤਾਂ ਐਮਐਸਪੀ ਗਰੰਟੀ ਕਾਨੂੰਨ ਚਾਹੁੰਦੇ ਹਾਂ। ਜਿਹੜੀ ਸਰਕਾਰ ਆਪਣੇ ਵੱਲੋਂ ਲੋਕਾਂ ਨੂੰ ਗੁੰਮਰਾਹ ਕਰ ਰਹੀ ਪੂਰੀ ਦੁਨੀਆ 'ਚ ਵੀ ਤੁਹਾਨੂੰ 17 ਲੱਖ ਕਰੋੜ ਰੁਪਈਆ ਚਾਹੀਦਾ, ਨਹੀਂ ਚਾਹੀਦਾ। ਅਸੀਂ ਕੇਰਲਾ ਵਾਲਾ ਮਾਡਲ ਵੀ ਉਹਨਾਂ ਨੂੰ ਭੇਜਿਆ ਵੀ ਕੇਰਲਾ ਦੇ ਵਿੱਚ 16 ਫਸਲਾਂ ਤੇ ਐਮਐਸਪੀ ਗਰੰਟੀ ਕਾਨੂੰਨ ਬਣਿਆ ਹੋਇਆ ਵਾ, ਤਾਂ ਉੱਥੇ ਤੈਅ ਕੀਤੇ ਹੋਏ ਰੇਟ ਤੁਸੀਂ ਐਮਐਸਪੀ ਗਰੰਟੀ ਕਾਨੂੰਨ ਬਣਾ ਦਿਓ ਕਾਸਟ ਰੇਟ ਤੇ, ਫਿਰ ਇਹਦੀ ਜ਼ਿੰਮੇਵਾਰੀ ਕਿਹੜੀ ਹੋਊਗੀ? ਤਾਂ ਇਹ ਵੀ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਨਾ ਹੋਵੇ। ਸੈਕੰਡਲੀ ਹੈਗਾ ਵੀ ਕੈਨ ਕਮਿਸ਼ਨ ਦਾ ਰੂਲ ਕਹਿੰਦਾ ਵੀ 14 ਦਿਨਾਂ ਬਾਅਦ ਕਿਸਾਨ ਨੂੰ ਗੰਨੇ ਦੀ ਪੇਮੈਂਟ ਕਰਨੀ ਆ। ਇਹ ਹਾਈ ਕੋਰਟ ਦੀ ਰੂਲਿੰਗ ਵੀ ਹੈਗੀ ਆ, ਪਰ ਕਿਹੜੀ ਮਿਲ 14 ਦਿਨਾਂ ਬਾਅਦ ਪੇਮੈਂਟ ਕਰਦੀ ਹੈ? ਅਸੀਂ ਉਹਦੇ ਵਿੱਚੋਂ ਕੋਈ ਇਸ ਕਿਸਮ ਦਾ ਨਹੀਂ ਕਰਦੇ ਕੋਈ ਫੁੱਟ ਸਾਹਮਣੇ ਨਜ਼ਰ ਆਵੇ ਕੁਛ ਆ, ਪਰ ਆਪ ਦਾ ਪੱਖ ਲੋਕਾਂ ਗਾੜੀ ਰੱਖਾਂਗੇ। ਅਸੀਂ ਐਮਐਸਪੀ ਗਰੰਟੀ ਕਾਨੂੰਨ ਤੇ ਸੰਘਰਸ਼ ਕਰਨਾ ਚਾਹੁੰਦੇ ਹਾਂ। ਕੱਲਾ ਪੰਜਾਬ ਬਾਰੇ ਇੱਕ ਨੈਰੇਟਿਵ ਹੈ ਵੀ ਸ਼ਾਇਦ ਇਹਨਾਂ ਨੂੰ ਐਮਐਸਪੀ ਮਿਲ ਰਹੀ, ਕਣਕ ਝੋਨੇ ਤੇ ਮਿਲ ਰਹੀ ਨਾ, ਥੋੜੀ ਬਹੁਤੀ ਕਪਾਹ ਤੇ ਜਾਂ ਗੰਨੇ ਤੇ। ਜੇ ਦਾਲਾਂ ਦੀ ਸਾਨੂੰ ਐਮਐਸਪੀ ਮਿਲ ਜੇ ਜਾਂ ਤੇਲ ਬੀਜਾਂ ਦੀ ਐਮਐਸਪੀ ਮਿਲ ਜੇ, ਅਸੀਂ ਝੋਨੇ ਵਾਲੇ ਚੱਕਰ 'ਚੋਂ ਬਾਹਰ ਆ ਜਾਈਏ, ਡਿਵਰਸਿਫਿਕੇਸ਼ਨ ਹੋ ਜਾਵੇ। ਦੂਸਰਾ ਅਸੀਂ ਚਾਹੁੰਦੇ ਸੀ ਵੀ ਅਸੀਂ ਨਹੀਂ ਚਾਹੁੰਦੇ ਕਿਸਾਨ ਮਜ਼ਦੂਰ ਕਚਹਿਰੀਆਂ 'ਚ ਰੋਲੇ। ਇਹ ਕਿੱਡਾ ਕੁ ਵੱਡਾ ਜਿਹੜੇ ਮੁੱਦੇ ਤੇ ਤੁਸੀਂ ਗੱਲ ਮੰਨ ਲਈ ਉਹ ਵਿਡਰੋ ਕਰ ਲਈ, ਉਹ ਤਾਂ ਐਡੀ ਵੱਡੀ ਸੰਸਾਰ ਪੱਧਰ ਦੀ ਮੰਗ ਤੁਸੀਂ ਸਾਡੀ ਮੰਗ ਲਈ, ਉਸ ਮੰਗ ਕਰਕੇ ਜਿਹੜੇ ਕੇਸ ਪਏ ਆ ਉਹ ਕਿਉਂ ਰਹੇ? ਅੱਜ ਗ੍ਰਹਿ ਮੰਤਰਾਲੇ ਕਹੇ ਓਵਰਨਾਈਟ ਕੇਸ ਚੱਕ ਕੇ ਬਾਹਰ ਮਾਰਦੇ ਸਾਰੇ ਦੇ ਸਾਰੇ, ਕੋਈ ਸਰਕਾਰ ਲਈ ਵੱਡੀ ਗੱਲ ਨਹੀਂ ਹੈਗੀ। ਤਾਂ ਅਸੀਂ ਕਿਸਾਨਾਂ ਮਜ਼ਦੂਰਾਂ ਨੂੰ ਕਚਹਿਰੀਆਂ 'ਚ ਰੋਲ ਨਹੀਂ ਦੇਣਾ ਚਾਹੁੰਦੇ ਵੀ ਕੱਲ ਨੂੰ ਫਿਰ ਜੇ ਕੋਈ ਐਡਾ ਵੱਡਾ ਮੋਰਚਾ ਸੰਭਵ ਹੋਵੇ, ਕਦੀ ਜ਼ਿੰਦਗੀ ਆਵੇ, ਤਾਂ ਲੋਕ ਇਹ ਨਾ ਕਹਿਣ ਵੀ ਉਦੋਂ ਤੁਸੀਂ ਸਾਨੂੰ ਮਰਨ ਲਈ ਛੱਡ ਦਿੱਤਾ ਸੀ। ਦੂਸਰਾ ਜਿਹੜੇ ਮੁੰਡੇ ਸਾਡੇ ਚੱਕ ਕੇ ਜੇਲ੍ਹ 'ਚ ਸੁੱਟੇ ਹੋਏ ਆ ਉਹਨਾਂ ਬਾਰੇ ਕੀ ਹੈ? ਕੱਲ ਨੂੰ ਜਿਹੜਾ ਕੋਈ ਸਾਡਾ ਹੋਰ ਆਗੂ ਆ ਜੇ ਪ੍ਰੈਸ਼ਰਾਈਜ਼ ਨਾ ਕੀਤਾ ਉਹਨੂੰ ਚੱਕ ਕੇ ਜੇਲ੍ਹ 'ਚ ਮਾਰਨਗੇ। 2014 ਦੀਆਂ ਪਹਿਲੋਂ ਵੀਡੀਓ ਸਾਰੀਆਂ ਪ੍ਰਾਈਮ ਮਿਨਿਸਟਰ ਸਾਹਿਬ ਦੀਆਂ ਇਹ ਕਹਿੰਦੀਆਂ ਨੇ ਵੀ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਹੋਣੀ ਚਾਹੀਦੀ ਆ, ਤੁਹਾਨੂੰ ਮਿਲਣਾ ਚਾਹੀਦਾ ਭਾ। ਅੱਜ ਉਹੀ ਰੌਲਾ ਪਾ ਰਹੇ ਨੇ ਦੇਸ਼ ਉੱਜੜ ਜੂਗਾ ਜੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣਾ ਦਿੱਤਾ ਤਾਂ ਇਹਨਾਂ ਹਾਕਮਾਂ ਤੇ ਸਾਨੂੰ ਯਕੀਨ ਨਹੀਂ ਕਰਨਾ ਚਾਹੀਦਾ। ਮੋਰਚਾ ਜਿੱਤ ਵੱਲ ਵੱਧ ਰਿਹਾ ਵਾ ਔਰ ਉਹੀ ਦਬਾਅ ਅੱਜ ਵੀ ਆ ਜਿਹੜਾ ਦਬਾਅ ਕੱਲ ਸੀ ਉਹਨਾਂ ਤੇ। ਇਹ ਤਾਂ ਮਤਲਬ ਸਾਡੇ ਅੰਦੋਲਨ ਦੀ ਇੱਕ ਅਨੋਖੀ ਜਿੱਤ ਆ ਵੀ ਉਹ ਬੰਦੇ ਜਿਨ੍ਹਾਂ ਦੇ ਧੌਣ 'ਚ ਏਡਾ ਵੱਡਾ ਕਿੱਲਾ ਸੀਗਾ ਵੀ ਮੋਦੀ ਹੈ ਤਾਂ ਮੁਮਕਿਨ ਹੈ, ਮੋਦੀ ਨੇ ਜਿਹੜਾ ਸਟੈਂਡ ਲੈ ਲਿਆ ਤਾਂ ਉਹਨਾਂ ਨੂੰ ਮਾਫੀ ਮੰਗਣ ਲਈ ਤੇ ਬੈਕ ਗੇਅਰ ਲਾਉਣ ਲਈ ਮਜਬੂਰ ਕਰ ਦਿੱਤਾ। ਹੁਣ ਸਵਾਲ ਹੈ ਵੀ ਜੇ ਪੇ ਭਰੋਸ ਗਿਆ ਤੁਹਾਡੇ ਵਿੱਚ ਤਾਂ ਤੁਸੀਂ ਮੀਟਿੰਗ ਕਰ ਲਓ ਭਰੋਸਗੀ ਲਈ, ਨਹੀਂ ਤਾਂ ਤੁਸੀਂ ਐਂ ਐਲਾਨ ਕਰੋ ਵੀ ਕੇਸ ਵਾਪਸ ਗਏ। ਬੋਲਣ ਗ੍ਰਹਿ ਮੰਤਰਾਲੇ ਬੋਲਣ ਵੀ ਅਸੀਂ ਜੀ ਜਿਹੜਾ 2020 ਬਿੱਲ ਆ ਬਿਜਲੀ ਸੰਸ਼ੋਧਨ ਬਿੱਲ 2021 ਨਹੀਂ ਲਿਆਉਣਾ, ਗੱਲ ਮੁੱਕੀ। ਅੱਜ ਏਅਰ ਪੋਲੂਸ਼ਨ ਦੇ ਵਿੱਚੋਂ ਆ ਪਾਰਲੀਮੈਂਟ ਸੈਸ਼ਨ ਚੱਲ ਰਿਹਾ, ਕੱਢ ਕੇ ਬਾਹਰ ਮਾਰਨ ਕਿਸਾਨ ਵਾਲਾ ਅਫੈਂਸ ਮੰਨ ਗਏ ਤਾਂ ਸ਼ਹੀਦਾਂ ਨੂੰ ਜੀ ਸਮਾਰਕ ਬਣਾ ਲਓ, ਪੈਸੇ ਦਾ ਅਨਾਉਂਸਮੈਂਟ ਕਰ ਦੇਣ। ਗੱਲ ਤਾਂ ਇੰਨੀ ਹੈ ਨਾ। ਉਹ ਅਜੇ ਮਿਸਰ ਦਾ ਅਸਤੀਫਾ ਲੈਣ ਨਾ ਵੀ ਸੱਦਣ ਕੀ ਕਰਨਾ, ਅਸੀਂ ਛਾਲਾਂ ਮਾਰਦੇ ਪੰਜਾਬ ਨੂੰ ਚਲੇ ਜਾਵਾਂ। ਦਿੱਲੀ ਦੇ ਵਿੱਚ ਮਤਲਬ ਏਡੀ ਵੱਡੀ ਜਿੱਤ ਹੋ ਰਹੀ ਆ, ਉਹਦੇ ਵਿੱਚ ਲੋਕਾਂ ਨੂੰ ਲੱਗੇ ਕਿਸਾਨ ਆਗੂਆਂ ਦਾ ਜਿਹੜਾ ਬੇਭਰੋਸਗਾ ਵਧੇ ਵੀ ਫੁੱਟ ਪੈ ਗਈ ਆ, ਅੱਧੇ ਕੁ ਰਹਿ ਗਏ, ਅੱਧੇ ਕੁ ਨਹੀਂ ਰਹਿ ਗਈ, ਜਿਵੇਂ ਸੜਕ ਤੇ ਬੈਠੇ ਹੋਏ ਆ ਉਹ ਅੱਗੇ ਪ੍ਰਚਾਰ ਕਰ ਰਹੇ ਆ ਜਿਵੇਂ ਨੈਸ਼ਨਲ ਮੀਡੀਆ ਵੀ ਇਹ ਜਾਂਦੇ ਕਿਉਂ ਨਹੀਂ ਹੈਗੀ, ਗੱਲ ਤਾਂ ਮੰਨ ਲਈ ਹੈਗੀ ਆ, ਤਾਂ ਉਹ ਬੈਟਰ ਨਹੀਂ ਹੈਗਾ। ਹੁਣ ਇਹ ਪੰਜਾਬ ਵਾਲੇ ਦੇਸ਼ ਦੇ ਲੋਕ ਫੈਸਲਾ ਕਰਨਗੇ। ਹੁਣ ਜੇ ਤੁਸੀਂ ਐਂ ਸੜਕਾਂ ਤੇ ਦਰੀਆਂ ਵਿਛਾ ਕੇ ਬਹਿੰਦੇ ਹੋ, ਅੰਦੋਲਨ ਲੜਦੇ ਹੋ, ਤਾਂ ਤੁਸੀਂ ਖੇਤੀ ਦੇ 3 ਕਾਨੂੰਨ ਰੱਦ ਕਰਵਾ ਸਕਦੇ ਹੋ। ਜੇ 3 ਕਾਨੂੰਨ ਖੇਤੀ ਦੇ ਸੰਘਰਸ਼ ਕਰਕੇ ਰੱਦ ਕਰਵਾ ਸਕਦੇ ਹੋ ਤਾਂ ਹੋਰ ਕੀ ਚਾਹੀਦਾ ਸਾਨੂੰ, ਉਹ ਵੀ ਕਰਵਾ ਸਕਦੇ ਹਾਂ। ਅਸੀਂ ਪੰਜਾਬ ਦੇ ਲੋਕਾਂ ਨੂੰ, ਦੇਸ਼ ਦੇ ਲੋਕਾਂ ਨੂੰ ਹਮੇਸ਼ਾ ਸੱਦਾ ਦਿੰਦੇ ਹਾਂ ਵੀ ਗੱਲ ਤਾਂ ਹਾਲੇ ਜਿੱਥੇ ਚੱਲੇ ਸੀ ਉੱਥੇ ਹੀ ਖੜੀ ਆ। ਠੀਕ ਆ, ਸਾਡਾ ਕੋਈ ਜ਼ਮੀਨ ਖੋਣ ਆਏ ਸੀ, ਅਸੀਂ ਨਹੀਂ ਖੋਣ ਦਿੱਤੀ, ਪਰ ਸਾਡੀ ਪੋਜੀਸ਼ਨ ਤਾਂ ਉਹੀ ਆ ਜਿਹੜੀ 6 ਜੂਨ ਤੋਂ ਪਹਿਲੋਂ ਵਾਲੀ ਸੀਗੀ। ਸਤਿ ਸ਼੍ਰੀ ਅਕਾਲ, ਔਨ 에ਅਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਮਨ ਤੂਰ। ਕਿਸਾਨੀ ਮੋਰਚੇ ਦਾ ਅੰਤ ਜਿਹੜਾ ਬਹੁਤ ਹੀ ਖੁਸ਼ਨੁਮਾ ਹੋਇਆ, ਪਰ ਉਹਦੇ ਬਾਵਜੂਦ ਕਿਸਾਨੀ ਮੋਰਚਾ ਜਦੋਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਐਲਾਨ ਕੀਤਾ ਕਿ ਕਾਨੂੰਨ ਵਾਪਸ ਹੋ ਜਾਣਗੇ, ਹਾਲਾਂਕਿ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਵੀ ਜਿਹੜੇ ਕਾਨੂੰਨ ਇੱਕ ਤਰੀਕੇ ਨਾਲ ਰੱਦ ਹੋ ਚੁੱਕੇ ਨੇ, ਉਹਦੇ ਬਾਵਜੂਦ ਕੁਝ ਮੰਗਾਂ, ਕੁਝ ਡਿਮਾਂਡਾਂ ਜਿਹੜੀਆਂ ਅਜੇ ਤੱਕ ਕਿਸਾਨਾਂ ਦੀਆਂ ਬਾਕੀ ਨੇ, ਜਿਹਦੇ ਉੱਤੇ ਚਰਚਾ ਜਿਹੜੀ ਹੈ ਕਿਸਾਨ ਚਾਹੁੰਦੇ। ਔਰ ਇਸੇ ਲਈ ਕਿਸਾਨੀ ਮੋਰਚਾ ਅਜੇ ਤੱਕ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਡਟਿਆ ਹੋਇਆ, ਰੌਣਕਾਂ ਜਿਉਂ ਦੀਆਂ ਤਿਉਂ ਨੇ। ਕਹਿ ਸਕਦੇ ਹਾਂ ਕਿ ਪਹਿਲਾਂ ਕੁਝ ਦਿਨ ਜਿਹੜੀਆਂ ਇੱਕ ਸਟੇਬਲ ਹੋ ਗਿਆ ਸੀ ਮੋਰਚਾ, ਉਹਦੇ ਬਾਵਜੂਦ ਜਦੋਂ ਜਿੱਤ ਦਾ ਐਲਾਨ ਹੋਇਆ ਨਾਲ ਦੀ ਨਾਲ ਰੌਣਕਾਂ ਜਿਹੜੀਆਂ ਬਾਰਡਰਾਂ ਦੇ ਉੱਤੇ ਵੱਧ ਗਈਆਂ। ਤੇ ਅਜੇ ਵੀ ਦਿੱਲੀ ਨੂੰ ਜਦੋਂ ਤੁਸੀਂ ਆਉਂਦੇ ਆ ਰਸਤੇ ਦੇ ਵਿੱਚ ਤੁਹਾਨੂੰ ਟਰਾਲੀਆਂ, ਟਰੈਕਟਰ ਉਸੇ ਤਰੀਕੇ ਨਾਲ ਮੋਰਚੇ ਵੱਲ ਨੂੰ ਕੂਚ ਕਰਦੇ ਹੋਏ ਨਜ਼ਰ ਆਉਣਗੇ।
ਇਹ ਜਿਹੜੇ ਟਰਾਲੀਆਂ ਟਰੈਕਟਰ ਆ ਜ਼ਿਆਦਾਤਰ ਜਿਹੜੇ ਰਸਤੇ ਦੇ ਵਿੱਚ ਤੁਸੀਂ ਨਾਮ ਦੇਖੋਗੇ ਮਾਝੇ ਵਾਲਿਆਂ ਦੇ ਆ। ਸੋ ਮਾਝੇ ਵਾਲਿਆਂ ਦੇ ਨਾਲ ਬੈਠੇ ਆ ਸਿੰਘੂ ਬਾਰਡਰ ਦੀ ਪਿਛਲੀ ਸਟੇਜ ਜਿਹਦੇ ਉੱਤੇ ਬੜਾ ਕੁਝ ਹੋਇਆ, ਬੜੇ ਹਮਲੇ ਹੋਏ, ਬੜਾ ਕਹਿ ਸਕਦੇ ਔਖਾ ਸਫ਼ਰ ਰਿਹਾ, ਔਖਾ ਦੌਰ ਰਿਹਾ। ਔਰ ਇਹਨਾਂ ਦੀ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਭਾਵੇਂ ਸਰਵਣ ਸਿੰਘ ਪੰਧੇਰ ਹੋਰੀ, ਪੰਨੂ ਹੋਰੀ ਨਾਲ ਚੱਲਦੇ ਰਹੇ ਆ, ਪਰ ਉਹਦੇ ਬਾਵਜੂਦ ਇੱਕ ਅਲੱਗ ਰਹਿ ਜਿਹਦੇ ਉੱਤੇ ਉਹ ਸਹਿਮਤ ਨਹੀਂ ਹੁੰਦੇ ਸੀ, ਜਿਹੜੀ ਚੀਜ਼ ਉਹਨਾਂ ਨੂੰ ਠੀਕ ਨਹੀਂ ਲੱਗਦੀ ਹੁੰਦੀ ਸੀ, ਆਪਣੇ ਲੋਕਾਂ ਦੇ ਨਾਲ, ਆਪਣੇ ਜਥੇਬੰਦੀਆਂ ਦੇ ਨਾਲ ਉਹ ਤੈਅ ਕਰਕੇ ਹਮੇਸ਼ਾ ਤੋਂ ਆਪਣਾ ਪੱਖ ਰੱਖਦੇ ਰਹੇ ਆ। ਸੋ ਹੁਣ ਵੀ ਕੁਝ ਗੱਲਾਂ ਹੈਗੀਆਂ ਜਿਹਦੇ ਉੱਤੇ ਐਸਕੇਐਮ ਦੇ ਨਾਲ ਇਹ ਲੋਕ ਸਹਿਮਤ ਨਹੀਂ ਆ, ਪਰ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਜਿਉਂ ਦੀ ਤਿਉਂ ਖੜੇ ਹੋਏ ਆ ਨਾ। ਤਮਾਮ ਚੀਜ਼ਾਂ ਦੇ ਉੱਤੇ ਗੱਲਬਾਤ ਕਰਨ ਲਈ ਕਾਫੀ ਦੇਰ ਦੇ ਬਾਅਦ ਅਸੀਂ ਸਰਵਣ ਸਿੰਘ ਪੰਧੇਰ ਹੋਰਾਂ ਦੇ ਨਾਲ ਜੁੜੇ ਆ। ਇਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਇਸ ਵੇਲੇ ਇਹਨਾਂ ਦੇ ਨਜ਼ਰੀਏ ਤੋਂ ਹਾਲਾਤ ਕੀ ਆ ਤੇ ਅਗਲੀ ਰਣਨੀਤੀ ਇਹਨਾਂ ਦੇ ਨਜ਼ਰੀਏ ਤੋਂ ਕੀ ਹੋ ਸਕਦੀ ਹੈ। ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਪੰਧੇਰ ਸਾਹਿਬ। ਧੰਨਵਾਦ ਜੀ, ਧੰਨਵਾਦ। ਜਿੱਤ ਨਸੀਬ ਹੋ ਚੁੱਕੀ ਆ। ਪਹਿਲਾਂ ਕਹਿੰਦੇ ਸੀ ਵੀ ਕਾਨੂੰਨੀ ਪ੍ਰਕਿਰਿਆ ਦੇ ਨਾਲ ਰੱਦ ਹੋ ਜਾਣ, ਕਾਨੂੰਨੀ ਪ੍ਰਕਿਰਿਆ ਵੀ ਨੇਪਰੇ ਚੜ ਚੁੱਕੀ ਆ। ਹੁਣ ਕਿਸਾਨੀ ਮੋਰਚਾ ਡਟਿਆ ਹੋਇਆ, ਕਿਹੜੀਆਂ ਮੰਗਾਂ ਨੂੰ ਲੈ ਕੇ ਡਟਿਆ ਹੋਇਆ ਤੇ ਐਸਕੇਐਮ ਜਿਹੜੀ ਚੀਜ਼ ਦੇ ਉੱਤੇ ਗੱਲਬਾਤ ਕਰ ਰਿਹਾ, ਤੁਸੀਂ ਕਿਹੜੀਆਂ ਚੀਜ਼ਾਂ ਦੇ ਉੱਤੇ ਉਹਨਾਂ ਦੇ ਨਾਲ ਸਹਿਮਤ ਹੋ ਤੇ ਕਿਹੜੀਆਂ ਚੀਜ਼ਾਂ ਦੇ ਉੱਤੇ ਨਹੀਂ ਹੋ? ਆ ਦੇਖੋ, ਵਿਚਾਰਾਂ ਦੇ ਵਿੱਚ ਅਸੀਂ ਆਪਣੀ ਲਗਭਗ ਸੋਸ਼ਲ ਮੀਡੀਆ ਤੇ ਸਪਸ਼ਟ ਕਰ ਚੁੱਕੇ ਹਾਂ ਵੀ ਅਸੀਂ ਕਮੇਟੀ ਨਹੀਂ ਚਾਹੁੰਦੇ, ਅਸੀਂ ਤਾਂ ਐਮਐਸਪੀ ਗਰੰਟੀ ਕਾਨੂੰਨ ਚਾਹੁੰਦੇ ਹਾਂ। ਜਿਹੜੀ ਸਰਕਾਰ ਆਪਣੇ ਵੱਲੋਂ ਲੋਕਾਂ ਨੂੰ ਗੁੰਮਰਾਹ ਕਰ ਰਹੀ ਪੂਰੀ ਦੁਨੀਆ 'ਚ ਵੀ ਤੁਹਾਨੂੰ 17 ਲੱਖ ਕਰੋੜ ਰੁਪਈਆ ਚਾਹੀਦਾ, ਨਹੀਂ ਚਾਹੀਦਾ। ਅਸੀਂ ਕੇਰਲਾ ਵਾਲਾ ਮਾਡਲ ਵੀ ਉਹਨਾਂ ਨੂੰ ਭੇਜਿਆ ਵੀ ਕੇਰਲਾ ਦੇ ਵਿੱਚ 16 ਫਸਲਾਂ ਤੇ ਐਮਐਸਪੀ ਗਰੰਟੀ ਕਾਨੂੰਨ ਬਣਿਆ ਹੋਇਆ ਵਾ, ਤਾਂ ਉੱਥੇ ਤੈਅ ਕੀਤੇ ਹੋਏ ਰੇਟ ਤੁਸੀਂ ਐਮਐਸਪੀ ਗਰੰਟੀ ਕਾਨੂੰਨ ਬਣਾ ਦਿਓ ਕਾਸਟ ਰੇਟ ਤੇ, ਤਾਂ ਜਿਹੜਾ ਪ੍ਰਾਈਵੇਟ ਪਰਚੇਜਰ ਹੈ, ਜਿਹੜਾ ਪ੍ਰਾਈਵੇਟ ਖਰੀਦ ਕਰਦਾ, ਉਹ ਵੀ ਤੁਹਾਡੀ ਜਿਹੜੀ ਤੁਸੀਂ ਤੈਅ ਕਰੋਗੇ ਲਿਮਿਟ ਉੱਪਰ ਖਰੀਦੂਗਾ। ਤਾਂ ਇਹ ਪੱਖ ਤੁਹਾਡੇ ਠੀਕ ਨਹੀਂ ਹੈਗੇ। ਕਮੇਟੀ ਤੇ ਸਹਿਮਤ ਕਿਉਂ ਨਹੀਂ ਹੈਗੇ ਵੀ ਕਮੇਟੀਆਂ ਪਹਿਲਾਂ ਡਾਕਟਰ ਸਵਾਮੀਨਾਥਨ ਕਮਿਸ਼ਨ ਸਰਕਾਰ ਦਾ ਕਮਿਸ਼ਨ ਆ, ਉਹਦੇ 4 ਤੋਂ ਲੈ ਕੇ 6 ਤੱਕ ਦੀ ਰਿਪੋਰਟ ਪਈ ਹੋਈ ਆ। ਕੋਈ ਵੀ ਕਮਿਸ਼ਨ, ਬਹੁਤ ਸਾਰੀਆਂ ਕਮੇਟੀਆਂ ਬਣੀਆਂ, ਇਹ ਕਮੇਟੀ ਵੀ ਸਿਫਾਰਿਸ਼ ਕਰ ਦੇਵੇ, ਵਧੀਆ ਰਿਪੋਰਟ ਦੇ ਦੇਵੇ, ਲਾਗੂ ਤਾਂ ਸਰਕਾਰ ਨਹੀਂ ਕਰਨੀ ਹੈ ਨਾ। ਫਿਰ ਇਹਦੀ ਜ਼ਿੰਮੇਵਾਰੀ ਕਿਹੜੀ ਹੋਊਗੀ? ਤਾਂ ਇਹ ਵੀ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਨਾ ਹੋਵੇ। ਸੈਕੰਡਲੀ ਹੈਗਾ ਵੀ ਕੈਨ ਕਮਿਸ਼ਨ ਦਾ ਰੂਲ ਕਹਿੰਦਾ ਵੀ 14 ਦਿਨਾਂ ਬਾਅਦ ਕਿਸਾਨ ਨੂੰ ਗੰਨੇ ਦੀ ਪੇਮੈਂਟ ਕਰਨੀ ਆ। ਇਹ ਹਾਈ ਕੋਰਟ ਦੀ ਰੂਲਿੰਗ ਵੀ ਹੈਗੀ ਆ, ਪਰ ਕਿਹੜੀ ਮਿਲ 14 ਦਿਨਾਂ ਬਾਅਦ ਪੇਮੈਂਟ ਕਰਦੀ ਆ? ਕਾਨੂੰਨ ਚੀਜ਼ਾਂ ਨੂੰ ਅਮਲ 'ਚ ਕਿੰਨੇ ਕਰਨਾ ਸਰਕਾਰ ਨੇ ਕਹਿਣਾ, ਨੀਤ ਨੇ। ਤਾਂ ਬਾਕੀ ਠੀਕ ਹੈ, ਸੀਗਾ ਵੀ ਜਿਵੇਂ ਕੋਈ ਫੈਸਲਾ ਸਾਂਝਾ ਆਊਗਾ, ਅਸੀਂ ਉਹਦੇ ਵਿੱਚੋਂ ਕੋਈ ਇਸ ਕਿਸਮ ਦਾ ਨਹੀਂ ਕਰਦੇ ਕੋਈ ਫੁੱਟ ਸਾਹਮਣੇ ਨਜ਼ਰ ਆਵੇ ਕੁਛ ਆ, ਪਰ ਆਪ ਦਾ ਪੱਖ ਲੋਕਾਂ ਗਾੜੀ ਰੱਖਾਂਗੇ। ਅਸੀਂ ਐਮਐਸਪੀ ਗਰੰਟੀ ਕਾਨੂੰਨ ਤੇ ਸੰਘਰਸ਼ ਕਰਨਾ ਚਾਹੁੰਦੇ ਆ, ਪਰ ਜੇ ਸਾਰੇ ਚਾਹੁਣ, ਯੂਪੀ ਵਾਲੇ ਚਾਹੁਣ, ਰਾਜਸਥਾਨ ਵਾਲੇ ਚਾਹੁਣ, ਮੱਧ ਪ੍ਰਦੇਸ਼ ਵਾਲੇ, ਮਹਾਰਾਸ਼ਟਰ ਵਾਲੇ, ਜਿੰਨੇ ਸੂਬਿਆਂ ਨੂੰ, ਪੂਰੇ ਦੇਸ਼ ਨੂੰ ਤੇ ਪੰਜਾਬ ਨੂੰ ਵੀ ਚਾਹੀਦੀ ਆ। ਕੱਲਾ ਪੰਜਾਬ ਬਾਰੇ ਇੱਕ ਨੈਰੇਟਿਵ ਹੈ ਵੀ ਸ਼ਾਇਦ ਇਹਨਾਂ ਨੂੰ ਐਮਐਸਪੀ ਮਿਲ ਰਹੀ, ਕਣਕ ਝੋਨੇ ਤੇ ਮਿਲ ਰਹੀ ਨਾ, ਥੋੜੀ ਬਹੁਤੀ ਕਪਾਹ ਤੇ ਜਾਂ ਗੰਨੇ ਤੇ। ਜੇ ਦਾਲਾਂ ਦੀ ਸਾਨੂੰ ਐਮਐਸਪੀ ਮਿਲ ਜੇ ਜਾਂ ਤੇਲ ਬੀਜਾਂ ਦੀ ਐਮਐਸਪੀ ਮਿਲ ਜੇ, ਅਸੀਂ ਝੋਨੇ ਵਾਲੇ ਚੱਕਰ 'ਚੋਂ ਬਾਹਰ ਆ ਜਾਈਏ, ਡਿਵਰਸੀਫਿਕੇਸ਼ਨ ਹੋ ਜਾਵੇ, ਗੱਲਾਂ ਨਾਲ ਥੋੜਾ ਹੋਣਾ, ਵਿਭਿੰਨਤਾ ਆਉਣੀ ਆ, ਤਾਂ ਉਹਦੇ 'ਚ ਸਾਨੂੰ ਬੈਨੀਫਿਟ ਬਹੁਤ ਹੋਊਗਾ। ਹਾਂ ਠੀਕ ਹੈ, ਹੁਣ ਜੋ ਸਾਂਝ ਦੇ ਰੂਪ ਵਿੱਚ ਕਿਹੜੇ ਫੈਸਲੇ ਨਜ਼ਰ ਆਉਂਦੇ ਆ, ਆਪ ਦਾ ਪੱਖ ਰੱਖ ਕੇ ਉਹਦੇ ਹਿਸਾਬ ਨਾਲ ਵਿਚਾਰ ਕਰਾਂਗੇ। ਪੱਖ ਸਾਡਾ ਦੂਸਰਾ, ਅਸੀਂ ਚਾਹੁੰਦੇ ਸੀ ਵੀ ਅਸੀਂ ਨਹੀਂ ਚਾਹੁੰਦੇ ਕਿਸਾਨ ਮਜ਼ਦੂਰ ਕਚਹਿਰੀਆਂ 'ਚ ਰੋਲੇ। ਇਹ ਕਿੱਡਾ ਕੁ ਵੱਡਾ, ਜਿਹੜੇ ਮੁੱਦੇ ਤੇ ਤੁਸੀਂ ਗੱਲ ਮੰਨ ਲਈ, ਉਹ ਵਿਡਰੋ ਕਰ ਲਈ, ਉਹ ਤਾਂ ਐਡੀ ਵੱਡੀ ਸੰਸਾਰ ਪੱਧਰ ਦੀ ਮੰਗ ਤੁਸੀਂ ਸਾਡੀ ਮੰਗ ਲਈ, ਉਸ ਮੰਗ ਕਰਕੇ ਜਿਹੜੇ ਕੇਸ ਪਏ ਆ ਉਹ ਕਿਉਂ ਰਹੇ? ਅੱਜ ਗ੍ਰਹਿ ਮੰਤਰਾਲੇ ਕਹੇ ਓਵਰਨਾਈਟ ਕੇਸ ਚੱਕ ਕੇ ਬਾਹਰ ਮਾਰਦੇ ਸਾਰੇ ਦੇ ਸਾਰੇ, ਕੋਈ ਸਰਕਾਰ ਲਈ ਵੱਡੀ ਗੱਲ ਨਹੀਂ ਹੈਗੀ। ਤਾਂ ਅਸੀਂ ਕਿਸਾਨਾਂ ਮਜ਼ਦੂਰਾਂ ਨੂੰ ਕਚਹਿਰੀਆਂ 'ਚ ਰੋਲ ਨਹੀਂ ਦੇਣਾ ਚਾਹੁੰਦੇ ਵੀ ਕੱਲ ਨੂੰ ਫਿਰ ਜੇ ਕੋਈ ਐਡਾ ਵੱਡਾ ਮੋਰਚਾ ਸੰਭਵ ਹੋਵੇ, ਕਦੀ ਜ਼ਿੰਦਗੀ ਆਵੇ, ਤਾਂ ਲੋਕ ਇਹ ਨਾ ਕਹਿਣ ਵੀ ਉਦੋਂ ਤੁਸੀਂ ਸਾਨੂੰ ਮਰਨ ਲਈ ਛੱਡ ਦਿੱਤਾ ਸੀ। ਲਖੀਮਪੁਰ ਖੀਰੀ ਬਾਰੇ ਤੇ ਮੀਡੀਆ 'ਚ ਵਾਲੀ ਚਰਚਾ ਨਹੀਂ ਹੈਗੀ ਵੀ ਇੱਕ ਤਾਂ ਲਖੀਮਪੁਰੀ ਦੇ ਵਿੱਚ ਅਜੇ ਮਿਸ਼ਰਾ ਜੀ ਆ, ਉਹ ਹਜੇ ਅਹੁਦੇ ਤੇ ਬੈਠੇ ਹੋਏ ਆ, ਇੱਕ ਤਾਂ ਇਹ ਪਾਰਟ ਹੈਗਾ। ਦੂਸਰਾ, ਜਿਹੜੇ ਮੁੰਡੇ ਸਾਡੇ ਚੱਕ ਕੇ ਜੇਲ੍ਹ 'ਚ ਸੁੱਟੇ ਹੋਏ ਆ, ਉਹਨਾਂ ਬਾਰੇ ਕੀ ਹੈ? ਕੱਲ ਨੂੰ ਜਿਹੜਾ ਕੋਈ ਸਾਡਾ ਹੋਰ ਆਗੂ ਆ, ਜੇ ਪ੍ਰੈਸ਼ਰਾਈਜ਼ ਨਾ ਕੀਤਾ, ਉਹਨੂੰ ਚੱਕ ਕੇ ਜੇਲ੍ਹ 'ਚ ਮਾਰਨਗੇ। ਅਗਲੇ ਕਹਿਣਗੇ ਵੀ ਤੁਹਾਡੇ ਕਹਿਣ ਤੇ ਤਾਂ ਕਾਲੇ ਝੰਡੇ ਵਿਖਾਉਣ ਗਏ ਹਾਂ, ਮਗਰੋਂ ਤੋੜੀ ਤੁਸੀਂ ਪੁੱਛਿਆ ਨਹੀਂ ਹੈਗਾ। ਉਹ ਗੱਲ ਵੀ ਹੈ। ਪੋਲੂਸ਼ਨ, ਏਅਰ ਪੋਲੂਸ਼ਨ ਤੇ ਅਸੀਂ ਕਿਹਾ ਸੀਗਾ ਵੀ ਜਿਹੜੀ 15 ਧਾਰਾ ਕੱਢਣੀਆਂ ਵਿੱਚੋਂ ਵੀ ਕਿਸਾਨ ਨੂੰ ਬਾਹਰ ਕੱਢ ਦੇਣਾ, ਕਹਿੰਦੇ ਵੀ ਕਿਸਾਨ ਦਾ ਅਪਰਾਧ ਨਹੀਂ ਮੰਨਣਾ। ਠੀਕ ਹੈ, ਫੈਸਲਾ ਉਹਨਾਂ ਦਾ ਸਿਰ ਮੱਤੇ ਆ, ਪਰ ਉਹਨੂੰ ਅਮਲ 'ਚ ਲਾਗੂ ਕਰ ਦਿਓ। ਜਿਹੜਾ ਬਿਜਲੀ ਸੰਸ਼ੋਧਨ ਬਿੱਲ 2021 ਆ, ਉਹਦੇ ਬਾਰੇ ਪਾਰਲੀਮੈਂਟ 'ਚ ਬੋਲ ਦਿਓ ਵੀ ਨਹੀਂ ਲਿਆਵਾਂਗੇ। ਹੁਣ ਐਂ ਹੀ ਮਤਲਬ ਭਰੋਸੇ ਤੇ ਸਾਰੀਆਂ ਗੱਲਾਂ ਟਿਕ ਜਾਣ, ਇਹ ਠੀਕ ਨਹੀਂ ਹੈਗਾ। ਨਾਲੇ ਉਹਨਾਂ ਤੇ ਭਰੋਸਾ ਕਰੀਏ ਜਿਹੜੇ 2011 ਦੇ ਵਿੱਚ ਉਸੇ ਕਮੇਟੀ 'ਚ ਰਹੇ ਆ। 2014 ਦੀਆਂ ਪਹਿਲੋਂ ਵੀਡੀਓ ਸਾਰੀਆਂ ਪ੍ਰਾਈਮ ਮਿਨਿਸਟਰ ਸਾਹਿਬ ਦੀਆਂ ਇਹ ਕਹਿੰਦੀਆਂ ਨੇ ਵੀ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਹੋਣੀ ਚਾਹੀਦੀ ਆ, ਤੁਹਾਨੂੰ ਮਿਲਣਾ ਚਾਹੀਦਾ ਭਾ। ਅੱਜ ਉਹੀ ਰੌਲਾ ਪਾ ਰਹੇ ਨੇ ਜੀ ਦੇਸ਼ ਉੱਜੜ ਜੂਗਾ ਜੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣਾ ਦਿੱਤਾ ਤਾਂ ਇਹਨਾਂ ਹਾਕਮਾਂ ਤੇ ਸਾਨੂੰ ਯਕੀਨ ਨਹੀਂ ਕਰਨਾ ਚਾਹੀਦਾ। ਮੋਰਚਾ ਜਿੱਤ ਵੱਲ ਵੱਧ ਰਿਹਾ ਵਾ, ਔਰ ਉਹੀ ਦਬਾਅ ਅੱਜ ਵੀ ਆ ਜਿਹੜਾ ਦਬਾਅ ਕੱਲ ਸੀ ਉਹਨਾਂ ਤੇ। ਹੁਣ ਤਾਂ ਦਬਾਅ ਯੂਪੀ ਅਜੇ ਵੀ ਉਹਨਾਂ ਦੇ ਅੱਗੇ ਆ, ਇੰਟਰਨੈਸ਼ਨਲ ਦਬਾਅ ਅੱਜ ਵੀ। ਅੱਜ ਪੁਤਿਨ ਜੀ ਆਏ ਹੋਏ ਆ,
ਠੀਕ ਹੈ, ਦਬਾਅ ਕਿਹੜੇ ਘਟ ਗਏ ਆ, ਪਰ ਹੁਣ ਅਸੀਂ ਏਕਤਾ ਨਾਲ ਦਬਾਅ ਪਾਈਏ। ਜੇ ਉਹਨਾਂ ਨੂੰ ਕਿਤੇ ਜੱਜ ਜਾਵੇ ਵੀ ਇਹ ਤਾਂ ਇਹਨਾਂ ਦੇ ਜੀ ਜ਼ਿਆਦਾਤਰ ਆਗੂ ਤਾਂ ਸੰਘਰਸ਼ ਨਹੀਂ ਕਰਨਾ ਚਾਹੁੰਦੇ, ਇਸ ਜਿੱਤ ਨਾਲ ਪ੍ਰਭਾਵਿਤ ਹੋ ਕੇ ਪੰਜਾਬ ਮੁੜਨਾ ਚਾਹੁੰਦੇ, ਜਾਂ ਇਹਨਾਂ ਦਾ ਕਿਸੇ ਮੁੱਦੇ ਤੇ ਏਕਾ ਨਹੀਂ ਰਿਹਾ, ਤਾਂ ਉਹ ਸਾਡੀ ਫੁੱਟ 'ਚੋਂ ਕਦੀ ਵੀ ਦਬਾਅ ਨਹੀਂ ਮਹਿਸੂਸ ਕਰਨਗੇ। ਤੁਹਾਨੂੰ ਲੱਗਦਾ ਵੀ ਚੱਲ ਹੋਰ 4 ਦਿਨ ਖਲੋਣਗੇ ਚਲੇ ਜਾਣਗੇ। ਸਾਨੂੰ ਪੂਰੀ ਏਕਤਾ ਦੇ ਨਾਲ ਜੋ ਵੀ ਗੱਲ ਕਰਦੇ ਠੋਕ ਵਜਾ ਕੇ ਕਰਨੀ ਚਾਹੀਦੀ ਹੈ। ਤਾਂ ਜੋ ਇਹ ਮੌਕੇ ਭਾਵੇਂ ਮੀਡੀਆ ਅੱਜ ਵੀ ਤੁਸੀਂ ਮੇਰਾ ਇੰਟਰਵਿਊ ਲੈ ਰਹੇ, ਇਹ ਤੁਹਾਡੀ ਜ਼ਿੰਦਗੀ 'ਚ ਸ਼ਾਇਦ ਐਡਾ ਵੱਡਾ ਅੰਦੋਲਨ ਅਸੀਂ ਦੁਬਾਰਾ ਨਾ ਖੜਾ ਕਰ ਸਕੀਏ। ਸਾਹਿਬ ਤੁਹਾਨੂੰ ਲੱਗਦਾ ਵੀ ਫੁੱਟ ਹੈਗੀ ਆ ਕਿਤੇ ਨਾ ਕਿਤੇ? ਦੇਖੋ ਅਸੀਂ ਦੇਖੋ ਕੋਈ ਹਤਮੀ ਤਾਂ ਨਹੀਂ ਕੋਈ ਦਾਅਵਾ ਕਰ ਸਕਦੇ, ਪਰ ਮੀਡੀਆ ਰਾਹੀਂ ਜੋ ਕੁਝ ਆ ਰਿਹਾ ਹੁੰਦਾ, ਨਿੱਜੀ ਕਈਆਂ ਨੇ ਆਪਦੇ ਆਗੂਆਂ ਨੇ ਨਿੱਜੀ ਵਿਚਾਰ ਮੀਡੀਆ 'ਚ ਪ੍ਰਗਟ ਕੀਤੇ ਵੀ ਸਾਡੇ ਮੁਤਾਬਕ ਜਿੱਤ ਤਾਂ ਹੋ ਗਈ, ਸਾਨੂੰ ਚਲੇ ਜਾਣਾ ਚਾਹੀਦਾ, ਤਾਂ ਅੱਡ ਫੁੱਟ ਨਹੀਂ ਸ਼ਬਦ ਕਹਿੰਦੇ, ਅੱਡ ਰਹਿਵਾਂ ਤਾਂ ਹੈਗੀਆਂ ਨੇ। ਕੋਈ ਮਤਲਬ ਇਹਨੂੰ ਵੱਡੀ ਜਿੱਤ ਕਹਿ ਕੇ ਜਾਣਾ ਚਾਹੁੰਦਾ, ਕੋਈ ਕਹਿੰਦਾ ਵੀ ਸਾਨੂੰ ਸੰਘਰਸ਼ ਕਰਨਾ ਚਾਹੀਦਾ। ਇਹ ਜੇ ਤਾਂ ਕੋਈ ਸਾਡਾ ਜਾਬਤਾ ਵਧੀਆ ਹੋਵੇ, ਬਾਹਰ ਕੁਛ ਨਾ ਹੋਵੇ ਮੀਡੀਆ 'ਚ, ਅੰਦਰ ਅਸੀਂ ਲੜੀਏ ਘੁਲੀਏ, ਇਹ ਸਾਡਾ ਹੱਕ ਆ। ਹੁਣ ਜੇ ਸਾਰਾ ਕੁਝ ਸਰਕਾਰ ਕੋਲ ਜਾ ਰਿਹਾ ਤਾਂ ਤੁਹਾਡਾ ਪ੍ਰਭਾਵ ਤੇ ਘਟੂਗਾ ਹੀ ਨਾ। ਪਰ ਜਿਹੜੀ ਸਰਕਾਰ ਕੋਲੇ ਇੱਕ 5 ਮੈਂਬਰੀ ਕਮੇਟੀ ਜਾ ਰਹੀ ਆ ਤੁਹਾਡੇ ਹੀ ਕਿਸਾਨ ਆਗੂਆਂ ਦੇ ਵਿੱਚੋਂ, ਤੁਸੀਂ ਉੱਥੋਂ ਸੰਤੁਸ਼ਟ ਨਹੀਂ ਆ? ਤੁਹਾਨੂੰ ਵਿਸ਼ਵਾਸ ਨਹੀਂ ਆ ਕਿ ਉਹ ਦਬਾਅ ਕ੍ਰੀਏਟ ਕਰ ਪਾਉਣਗੇ ਉਹਨਾਂ ਦੇ ਉੱਤੇ? ਹਾਂ ਦੇਖੋ, ਮੈਨੂੰ ਲੱਗਦਾ ਪਹਿਲਾਂ ਅਸੀਂ ਕਮੇਟੀਆਂ ਤੋਂ ਇਨਕੁਆਇਰੀ ਕਰਦੇ ਰਹੇ, ਹੁਣ ਤਾਂ ਕੋਈ ਉਹ ਕਿਹੜਾ ਲੱਗਦਾ ਵੀ ਇਹ ਵੀ ਕਹਿਣੀ ਤੇ ਕਰਨੀ 'ਚ ਫਰਕ ਆ ਗਿਆ ਵੀ ਪਹਿਲਾਂ ਕਮੇਟੀਆਂ ਤੋਂ ਇਨਕਾਰ ਕਰਦੇ ਰਹੇ, ਹੁਣ ਕਮੇਟੀ ਬਣਾ ਲਈ ਆ, ਸ਼ਾਇਦ ਅਸੀਂ ਜਾਣਾ ਚਾਹੁੰਦੇ ਹਾਂ। ਨਹੀਂ, ਮੇਰੇ ਕੋਲ ਇਹਨਾਂ ਗੱਲਾਂ ਦਾ ਜਵਾਬ ਤਾਂ ਉਹ ਬੈਟਰ ਦੇ ਸਕਦੇ ਜਿਨ੍ਹਾਂ ਨੇ ਬਣਾਈ, ਉਹਦਾ ਸੰਦਰਭ ਕੀ ਆ, ਕੀ ਸਰਕਾਰ ਨੇ ਕਿਹਾ, ਕੀ ਕਾਰਨ ਆ। ਜਦੋਂ ਤੱਕ MSP ਗਰੰਟੀ ਕਾਨੂੰਨ ਤੇ ਵੀ ਉਹਦਾ ਕਾਰਜ ਖੇਤਰ ਹੀ ਕੋਈ ਕਲੀਅਰ ਨਹੀਂ ਹੈ ਵੀ ਇਹ ਕਮੇਟੀ ਸਿਫਾਰਿਸ਼ ਕਰੂਗੀ, ਇਹ ਕਮੇਟੀ MSP ਗਰੰਟੀ ਕਾਨੂੰਨ ਬਣਾਉਣ ਦਾ ਅਧਿਕਾਰ ਰੱਖਦੀ ਹੈ, ਇਹ ਕਮੇਟੀ ਕਿਹੜਾ ਫਾਰਮੂਲਾ। ਹੁਣ ਤੁਸੀਂ ਪ੍ਰਾਈਮ ਮਿਨਿਸਟਰ ਦਾ ਬਿਆਨ ਦੇਖੋ, ਤੁਸੀਂ ਦੇਖੋ ਉਹ ਕਹਿੰਦੇ 0 ਬਜਟ ਖੇਤੀ, ਇੱਕ ਦੂਜਾ ਉਹਨਾਂ ਨੇ ਇੱਕ ਹੋਰ ਸ਼ਬਦ ਵਰਤਿਆ, ਦਿਮਾਗ ਚੋਂ ਮੇਰੇ ਨਿਕਲ ਗਿਆ, ਇੱਕ ਸੀਗਾ MSP ਨੂੰ ਪਾਰਦਰਸ਼ਤਾ ਤਰੀਕੇ ਨਾਲ ਲਾਗੂ ਕਰਨਾ, ਇਹੀ ਸੀ ਨਾ। ਹੁਣ ਦੱਸੋ ਇਹ ਕੀ ਹੈ ਵੀ 0 ਬਜਟ ਵਾਲੀ ਗੱਲ ਤੇ ਅਸੀਂ ਖੋਜ ਕਰਨ ਜਾਣਾ ਜਾਂ ਪਾਰਦਰਸ਼ਤਾ ਲਿਆਉਣੀ ਆ? ਪਾਰਦਰਸ਼ਤਾ ਦੇ ਮੈਨੇ ਕੀ ਹੈ? ਜਾਂ ਤਾਂ ਉਹ ਕਹਿੰਦੇ ਵੀ MSP ਗਰੰਟੀ ਕਾਨੂੰਨ ਤੇ ਜਿਹੜੇ ਅਣਸੁਲਝੇ ਹੈਗੇ ਨੇ ਕੋਈ ਮਸਲੇ, ਤਾਂ ਅਸੀਂ ਕਿਸਾਨ ਆਗੂਆਂ ਨਾਲ ਬਹਿ ਕੇ ਸੁਲਝਾ ਲਵਾਂਗੇ। ਹੁਣ ਚਲੋ ਦੇਖੋ, ਐਡਾ ਵੱਡਾ ਦੇਸ਼ ਆ, ਇੰਨੀਆਂ ਐਗਰੀਕਲਚਰ ਯੂਨੀਵਰਸਿਟੀਆਂ ਨੇ, ਐਡੇ ਤਕੜੇ ਮਾਹਰ ਹੈ। ਦਪਿੰਦਰ ਸ਼ਰਮਾ ਤੀਜੇ ਦਿਨ ਵੀਡੀਓ ਡਾਊਨਲੋਡ ਕਰਕੇ ਪਾਉਂਦਾ, ਉਹਨਾਂ ਨੂੰ ਨਹੀਂ ਪਤਾ ਹੈਗਾ ਸਾਨੂੰ ਕੀ ਚਾਹੀਦਾ ਜਾਂ ਅਸੀਂ ਕੀ ਮੰਗਦੇ। ਤਾਂ ਕਮੇਟੀ ਦਾ ਮਤਲਬ ਹੁੰਦਾ ਸਾਡੇ ਮੈਡਮ ਦੇ ਵੀ ਠੰਡੇ ਬਸਤੇ ਚੀਜ਼ ਨੂੰ ਪਾ ਦਿਓ, ਤਾਂ ਠੀਕ ਹੈ। ਫਿਰ ਵੀ ਅਸੀਂ ਸਾਫ਼ ਕਿਹਾ ਵੀ ਇਸੇ ਵੱਡੇ ਅੰਦੋਲਨ ਦੇ ਵਿੱਚ ਕੋਈ ਇਹੋ ਜਿਹੀ ਗੱਲ ਨਾ ਕਰੀਏ ਜਿਹਦੇ ਨਾਲ ਸਮੱਸਿਆ ਆਵੇ, ਫਿਰ ਜੋ ਸਾਂਝਾ ਫੈਸਲਾ ਹੋ ਜਾਊਗਾ ਉਹਦੇ ਮੁਤਾਬਕ ਫਿਰ ਅਸੀਂ ਵਿਚਾਰਾਂਗੇ। ਪਰ ਸਾਡਾ ਪੱਖ ਇਹ ਹੈ ਇਸ ਮੁੱਦੇ ਤੇ, ਅਸੀਂ ਇਹ ਕਹਿਣਾ ਚਾਹੁੰਦੇ ਹਾਂ। ਪੰਡਿਤ ਸਾਹਿਬ, ਮੀਟਿੰਗਾਂ ਹੋ ਰਹੀਆਂ ਸੀ, 11 ਦੌਰ ਦੀ ਗੱਲਬਾਤ ਹੋਈ, ਉਸ ਤੋਂ ਬਾਅਦ ਵੀ ਹੱਲ ਕੋਈ ਨਹੀਂ ਨਿਕਲਿਆ, ਫਿਰ ਠਹਿਰਾ ਆਇਆ ਨਾ। ਇਹ ਇੱਕ ਉਹ ਵੀ ਸ਼ਾਇਦ ਸਰਕਾਰ ਨੇ ਇੱਕ ਆਪਦਾ ਹੱਥ ਪਗਾਉਣ ਦੀ ਕੋਸ਼ਿਸ਼ ਕੀਤੀ ਵੀ ਕਿਸਾਨ ਜਦੋਂ ਆਏ ਸੀ ਕਹਿੰਦੇ ਸੀ ਅਸੀਂ 6 ਮਹੀਨੇ ਦਾ ਰਾਸ਼ਨ ਲੈ ਆਏ ਹਾਂ, ਅਸੀਂ ਬਿਠਾ ਕੇ ਦੇਖਦੇ ਹਾਂ, ਪਰ ਇਹ ਸਾਲ ਵੀ ਆਰਾਮ ਨਾਲ ਬੈਠ ਗਏ, ਬੜਾ ਕੁਝ ਚੱਲਿਆ, ਬੜਾ ਕੁਝ ਦੇਖਿਆ। ਉਹਦੇ ਬਾਵਜੂਦ ਜਿਹੜਾ ਇੱਕ ਬਿਨਾਂ ਹੀ ਕਿਸੇ ਨੂੰ ਕੋਈ ਕ੍ਰੈਡਿਟ ਦਿੱਤਿਆਂ ਮੋਦੀ ਸਾਹਿਬ ਨੇ ਸਿੱਧਾ ਆ ਕੇ ਐਲਾਨ ਕਰ ਦਿੱਤਾ, ਔਰ ਸਭ ਦੇ ਕਹਿ ਲਓ ਬਹੁਤੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਦੇ ਵੀ ਖਾਬ ਧਰੇ ਧਰਾਏ ਰਹਿ ਗਏ ਵੀ ਅਸੀਂ ਇਹਦਾ ਕ੍ਰੈਡਿਟ ਲੈਣਾ ਸੀ। ਹੁਣ ਵੀ ਕਈ ਕਿਸਾਨ ਆਗੂਆਂ ਨੂੰ ਲੱਗਦਾ ਹੈ ਕਿ ਮੀਟਿੰਗ ਜਿਹੜੀ ਜ਼ਰੂਰ ਹੋ ਜਾਣੀ ਚਾਹੀਦੀ ਸੀ। ਜਿਹੜੀਆਂ ਨਿੱਕੀਆਂ ਚੀਜ਼ਾਂ ਉਹਨਾਂ ਨੇ ਕਿਹਾ ਕਿ ਰਹਿ ਗਈਆਂ, ਚਾਹੇ ਉਹ MSP ਵਾਲੀ ਰਹਿ ਗਈ, ਵੀ ਇਹ ਡਿਸਕਸ ਕਰਕੇ ਫਿਰ ਸ਼ਾਇਦ ਇਹ ਸਾਰੀਆਂ ਦਾ ਐਲਾਨ ਮੋਦੀ ਸਾਹਿਬ ਇਕੱਠਾ ਕਰ ਦਿੰਦੇ। ਤੁਹਾਨੂੰ ਲੱਗਦਾ ਕਿ ਮੀਟਿੰਗ ਬਹੁਤ ਜ਼ਰੂਰੀ ਸੀ, ਜਾਂ ਫਿਰ ਮੋਦੀ ਸਾਹਿਬ ਜੇ ਹੁਣ ਵੀ ਸਿੱਧਾ ਹੀ ਪਹਿਲੇ ਜਿਵੇਂ ਕਾਨੂੰਨ ਰੱਦ ਕੀਤੇ ਆ ਉਦਾਂ ਹੀ ਇਹਨਾਂ ਚੀਜ਼ਾਂ ਦਾ ਵੀ ਐਲਾਨ ਕਰ ਦਿੰਦਾ ਵੀ ਜੋ ਚਾਹੀਦਾ ਹੈ ਤੁਹਾਨੂੰ ਮੈਂ ਮੰਨ ਗਿਆ, ਤੇ ਫਿਰ ਆਰਾਮ ਨਾਲ ਸ਼ਾਂਤੀ ਨਾਲ ਚੱਲ ਜਾਓਗੇ? ਜਾਂ ਫਿਰ ਵੀ ਲੱਗਦਾ ਕਿ ਮੀਟਿੰਗ ਦੀ ਲੋੜ ਮਹਿਸੂਸ ਹੁੰਦੀ ਹੈ? ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਮੀਟਿੰਗ ਦੀ ਲੋੜ ਮਹਿਸੂਸ ਹੁੰਦੀ ਹੈ ਕਿ ਸਰਕਾਰ ਦੇ ਨਾਲ ਮੀਟਿੰਗ ਹੋਣੀ ਚਾਹੀਦੀ ਸੀ ਤੇ ਕੁਝ ਬਰੀਕੀਆਂ ਦੇ ਉੱਤੇ ਹੋਰ ਗੱਲਬਾਤ ਹੋ ਸਕਦੀ ਸੀ? ਨਹੀਂ ਦੇਖੋ, ਸਾਨੂੰ ਐ ਨਹੀਂ ਲੱਗਦਾ ਹੈਗਾ। ਸਾਨੂੰ ਲੱਗਦਾ ਵੀ ਦੇਖੋ, ਜਿਨ੍ਹਾਂ ਨੇ ਅੰਦੋਲਨ ਸਿਰਜਿਆ ਜ਼ਮੀਨ ਤੋਂ ਲੈ ਕੇ ਇੱਥੋਂ ਤੱਕ, ਉਹਨਾਂ ਦਾ ਕ੍ਰੈਡਿਟ ਕੋਈ ਨਹੀਂ ਖੋ ਸਕਦਾ ਹੁੰਦਾ, ਠੀਕ ਹੈ ਨਾ। ਇਹ ਤਾਂ ਮਤਲਬ ਸਾਡੇ ਅੰਦੋਲਨ ਦੀ ਇੱਕ ਅਨੋਖੀ ਜਿੱਤ ਆ ਵੀ ਉਹ ਬੰਦੇ ਜਿਨ੍ਹਾਂ ਦੇ ਧੌਣ 'ਚ ਏਡਾ ਵੱਡਾ ਕਿੱਲਾ ਸੀਗਾ ਵੀ ਮੋਦੀ ਹੈ ਤਾਂ ਮੁਮਕਿਨ ਹੈ, ਮੋਦੀ ਨੇ ਜਿਹੜਾ ਸਟੈਂਡ ਲੈ ਲਿਆ, ਤਾਂ ਉਹਨਾਂ ਨੂੰ ਮਾਫੀ ਮੰਗਣ ਲਈ ਤੇ ਬੈਕ ਗਿਰ ਲਾਉਣ ਲਈ ਮਜਬੂਰ ਕਰ ਦਿੱਤਾ। ਤਾਂ ਇਹ ਕਿਵੇਂ ਹੋ ਸਕਦਾ ਵੀ ਕਿਸਾਨਾਂ ਮਜ਼ਦੂਰਾਂ ਨੂੰ ਅੱਜ ਨਹੀਂ ਜਾਂਦਾ ਹੈਗਾ ਜਿਹੜੇ ਲੜ ਰਹੇ ਆ। ਹਾਂ, ਦੂਸਰਾ ਹੁੰਦਾ ਸਰਕਾਰ ਪੈਟਰਨ ਕਿਹੜਾ ਅਪਣਾਉਣਾ ਚਾਹੁੰਦੀ ਆ, ਗੱਲ ਕਰਕੇ ਫੈਸਲਾ ਕਰਨਾ ਚਾਹੁੰਦੀ ਆ। ਇੱਕ ਵਾਰੀ ਹੁੰਦੀ ਆ, ਮੀਟਿੰਗਾਂ ਤਾਂ ਹੋਣੀਆਂ ਚਾਹੀਦੀਆਂ ਜਿਹੜੇ ਸਾਡੇ ਪੱਖ ਸੁਲਝੇ ਨਹੀਂ ਹੈਗੇ, ਵੀ ਆਹ ਪੱਖਾਂ ਤੇ ਤੁਹਾਡੇ ਨਾਲ ਡਿਬੇਟ ਕਰਨਾ, ਅੰਦਰ ਡਿਬੇਟ ਹੀ ਹੁੰਦੀ ਆ। ਸਰਕਾਰ ਆਪ ਦਾ ਪੱਖ ਰੱਖਦੀ ਸੀ, ਪੱਖ ਦਾ ਉਹ ਡਿਬੇਟ ਪੂਰੀਆਂ ਜਿਹੜੀਆਂ ਪਹਿਲਾਂ ਮੀਟਿੰਗਾਂ ਹੋਈਆਂ 10-12 ਦੌਰ ਦੀਆਂ ਹੋ ਗਈ ਸੀਗੀ। ਹੁਣ ਤਾਂ ਫੈਸਲੇ ਕਰਨ ਦਾ ਵੇਲਾ। ਹੁਣ ਸਵਾਲ ਹੈ ਵੀ ਜੇ ਪੇ ਭਰੋਸ ਗਿਆ ਤੁਹਾਡੇ ਵਿੱਚ ਤਾਂ ਤੁਸੀਂ ਮੀਟਿੰਗ ਕਰ ਲਓ ਭਰੋਸਗੀ ਲਈ, ਨਹੀਂ ਤਾਂ ਤੁਸੀਂ ਐਂ ਐਲਾਨ ਕਰੋ ਵੀ ਕੇਸ ਵਾਪਸ ਗਏ, ਬੋਲਣ ਗ੍ਰਹਿ ਮੰਤਰਾਲੇ।
ਬੋਲਣ ਵੀ ਅਸੀਂ ਜੀ ਜਿਹੜਾ 2020 ਬਿੱਲ ਆ ਬਿਜਲੀ ਸੰਸ਼ੋਧਨ ਬਿੱਲ 2021 ਨਹੀਂ ਲਿਆਉਣਾ, ਗੱਲ ਮੁੱਕੀ। ਅੱਜ ਏਅਰ ਪੋਲੂਸ਼ਨ ਦੇ ਵਿੱਚੋਂ ਆ ਪਾਰਲੀਮੈਂਟ ਸੈਸ਼ਨ ਚੱਲ ਰਿਹਾ, ਕੱਢ ਕੇ ਬਾਹਰ ਮਾਰਨ, ਕਿਸਾਨ ਵਾਲਾ ਅਫੈਂਸ ਮੰਨ ਗਏ ਤਾਂ ਸ਼ਹੀਦਾਂ ਨੂੰ ਜੀ ਸਮਾਰਕ ਬਣਾ ਲਓ, ਪੈਸੇ ਦਾ ਅਨਾਉਂਸਮੈਂਟ ਕਰ ਦੇਣ। ਗੱਲ ਤਾਂ ਇੰਨੀ ਹੈ ਨਾ। ਉਹ ਅਜੇ ਮਿਸਰ ਦਾ ਅਸਤੀਫਾ ਲੈਣ ਨਾ ਵੀ ਸੱਦਣ, ਕੀ ਕਰਨਾ, ਅਸੀਂ ਠਾਲਾਂ ਮਾਰਦੇ ਪੰਜਾਬ ਨੂੰ ਚਲੇ ਜਾਵਾਂਗੇ। ਸਵਾਲ ਹੈਗਾ ਵੀ ਸਾਡੀ ਮੰਗ ਆਪਦੇ ਸੂਈਆਂ ਦੇ ਥਰੂ, ਸਾਡੇ ਮੰਗ ਪੱਤਰ ਜਿਹੜੇ ਗਏ ਉਹਨਾਂ ਥਰੂ ਮੰਨ ਕੇ ਜਦੋਂ ਐਲਾਨ ਕਰ ਦਿੰਦੇ, ਉਹ ਵੀ ਸਾਡੀ ਜਿੱਤ ਆ। ਸਾਡੀ ਜਿੱਤ ਕਿੱਦਾਂ ਖੋਲੂਗਾ? ਇੱਕ ਹੁੰਦਾ ਵੀ ਚੱਲ ਕਿਸੇ ਮੁੱਦੇ ਤੇ ਸਰਕਾਰ ਨੂੰ ਕਲੀਅਰ ਨਹੀਂ ਹੈਗਾ ਸਾਡਾ ਪੱਖ, ਉਹਦੀ ਅਫਸਰਸ਼ਾਹੀ ਗੱਲ ਕਰ ਲਵੇ, ਉਹਦਾ ਵਫਦ ਗੱਲ ਕਰ ਲਵੇ, ਆਪ ਗੱਲ ਕਰ ਲੈਣ, ਉਹਨਾਂ ਦੀ ਮਰਜ਼ੀ ਹੁੰਦਾ। ਸਾਨੂੰ ਨਹੀਂ ਲੱਗਦਾ ਵੀ ਗੱਲਬਾਤ ਹੋਣੀ ਮਤਲਬ ਬਾਹਲੀ ਇਹ ਤੋਂ ਬਗੈਰ ਮਸਲੇ ਹੱਲ ਨਹੀਂ ਹੋ ਸਕਦੇ। ਇਹ ਨਹੀਂ ਗੱਲ ਹੈਗੀ। ਸਵਾਲ ਹੈਗਾ ਤੁਸੀਂ ਮਸਲਾ ਹੱਲ ਇਮਾਨਦਾਰੀ ਨਾਲ ਕਰੋ। ਜਿਸ ਤਰੀਕੇ ਦੇ ਨਾਲ ਹੁਣ ਐਸਕੇਐਮ ਚੱਲ ਰਿਹਾ, ਤੁਸੀਂ ਹਰ ਗੱਲ 'ਚ ਤੁਸੀਂ ਕਹਿੰਦੇ ਆ ਕਿ ਅਸੀਂ ਆਪਣੀ ਰਾਏ ਜ਼ਰੂਰ ਰੱਖਦੇ ਆ, ਪਰ ਤੁਸੀਂ ਉਹਨਾਂ ਨਾਲ ਸਹਿਮਤ ਹੁੰਦੇ ਆ। ਕੀ ਲੱਗ ਰਿਹਾ ਕਿ ਜਿਹੜੇ ਹੁਣ ਡਿਸੀਜਨ ਲਏ ਜਾ ਰਹੇ ਆ, ਮੋਰਚੇ ਨੂੰ ਹਜੇ ਆਪਾਂ ਰੋਕਿਆ ਹੋਇਆ ਵਾ, ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੋਏ ਆ, ਅਗਲੇ ਡਿਸੀਜਨ ਲਏ ਜਾ ਰਹੇ ਆ, ਸਲੋ ਆ ਜਾਂ ਫਾਸਟ ਆ ਜਾਂ ਕੀ ਲੱਗਦਾ ਉਹਨਾਂ ਦਾ ਦ੍ਰਿਸ਼ਟੀਕੋਣ? ਕੀ ਲੱਗਦਾ ਐਸਕੇਐਮ ਦਾ ਸਹੀ ਜਾ ਰਿਹਾ ਜਾਂ ਕਿਤੇ ਨਾ ਕਿਤੇ ਲੱਗਦਾ ਕਿ ਤੁਹਾਡੀ ਸਹਿਮਤੀ ਆ, ਤੁਹਾਡੀ ਗੱਲ ਨੂੰ ਜਿਹੜਾ ਇੱਕ ਗੌਰ ਫਰਮਾ ਲਈ ਜਾਣੀ ਚਾਹੀਦੀ ਉਹਨਾਂ ਦੇ ਵੱਲੋਂ, ਤਾਂ ਕਿ ਲੋਕਾਂ ਦੀ ਜਿਹੜੀ ਕੁਝ ਹੋਰ ਰਹਿ ਜਿਹੜੀ ਆ ਕੁਝ ਮੇਰੇ ਖਿਆਲ ਸਾਡੇ ਵਰਗੀ ਰਹਿ ਹੋਰ ਬਥੇਰਿਆਂ ਦੀ ਵੀ ਹੈਗੀ ਆ ਉੱਥੇ। ਐ ਨਹੀਂ ਕਹਿੰਦੇ ਵੀ ਸਾਡੀ ਗੱਲ ਹੀ ਆ, ਹੋਰ ਵੀ। ਤੁਸੀਂ ਆਪਣੀ ਰਾਏ ਕਲੀਅਰ ਕਰੋਗੇ ਕਿ ਕੀ ਆ? ਨਾ, ਅਸੀਂ ਸਾਫ਼ ਹੀ ਕਿਹਾ ਸੀ ਵੀ ਐਮਐਸਪੀ ਗਰੰਟੀ ਕਾਨੂੰਨ ਤੇ ਸੰਘਰਸ਼ ਕਰਨਾ ਚਾਹੀਦਾ। ਇੱਕ ਸੈਕੰਡਲੀ ਸਾਰੇ ਕੇਸ ਵਾਪਸ ਕਰਨੇ ਚਾਹੀਦੇ ਆ। ਜਿਹੜਾ ਪੋਲੂਸ਼ਨ ਐਕਟ ਦੇ ਵਿੱਚੋਂ ਉਹ ਸੰਸ਼ੋਧਨ ਹੋ ਜਾਣਾ ਚਾਹੀਦਾ। ਬਿਜਲੀ ਸੰਸ਼ੋਧਨ ਬਿੱਲ ਤਾਂ ਆਇਆ ਹੀ ਨਹੀਂ ਹੈਗਾ, ਠੀਕ ਆ, ਉਹਦੇ 'ਚ ਸਰਕਾਰ ਬਿਆਨ ਦੇ ਅਸੀਂ ਨਹੀਂ ਲਿਆਉਂਦੇ, ਗੱਲ ਖਤਮ ਹੋ ਗਈ। ਅਜੇ ਮਿਸ਼ਰਾ ਜੀ ਅਸਤੀਫਾ ਦੇ ਦੇਣ, ਇਹ ਵੀ ਗੱਲ ਖਤਮ। ਉਹ 'ਚ ਕੇਸ ਜਿਹੜੇ ਸਾਡੇ ਨਜਾਇਜ਼ ਮੁੰਡੇ ਫਸਾਏ ਉਹ ਬਾਹਰ ਕਰ ਦੇਣ। ਇਹੀ ਮੰਗਾ ਸੀ, ਸਾਨੂੰ ਕੀ ਰੌਲਾ ਕਰਨਾ ਕਰਨ। ਪਰ ਹੁਣ ਉਹਦੇ 'ਚ ਦੇਖਦੇ ਹਾਂ ਵੀ ਇੱਕ ਹੁੰਦਾ ਵੀ ਇਹ ਨਹੀਂ ਰੌਲਾ। ਹੁਣ ਦਿੱਲੀ ਦੇ ਵਿੱਚ ਮਤਲਬ ਏਡੀ ਵੱਡੀ ਜਿੱਤ ਹੋ ਰਹੀ ਆ, ਉਹਦੇ ਵਿੱਚ ਲੋਕਾਂ ਨੂੰ ਲੱਗੇ ਕਿਸਾਨ ਆਗੂਆਂ ਦਾ ਜਿਹੜਾ ਬੇਭਰੋਸਗਾ ਵਧੇ ਵੀ ਫੁੱਟ ਪੈ ਗਈ ਆ, ਅੱਧੇ ਕੁ ਰਹਿ ਗਏ ਆ, ਅੱਧੇ ਕੁ ਨਹੀਂ ਰਹਿ ਗਏ, ਜਿਵੇਂ ਸੜਕ ਤੇ ਬੈਠੇ ਹੋਏ ਆ, ਉਹ ਅੱਗੇ ਪ੍ਰਚਾਰ ਕਰ ਰਹੇ ਆ ਜਿਵੇਂ ਨੈਸ਼ਨਲ ਮੀਡੀਆ ਵੀ ਇਹ ਜਾਂਦੇ ਕਿਉਂ ਨਹੀਂ ਹੈਗੀ, ਗੱਲ ਤਾਂ ਮੰਨ ਲਈ ਹੈਗੀ ਆ, ਤਾਂ ਉਹ ਬੈਟਰ ਨਹੀਂ ਹੈਗਾ। ਹੁਣ ਇਹ ਪੰਜਾਬ ਵਾਲੇ ਦੇਸ਼ ਦੇ ਲੋਕ ਫੈਸਲਾ ਕਰਨਗੇ ਵੀ ਕੌਣ ਸਹੀ ਸੀ ਤੇ ਕੌਣ ਗਲਤ ਸੀਗਾ। ਆਪਦਾ ਪੱਖ ਰੱਖਣਾ ਚਾਹੀਦਾ ਵੀ ਸਾਡਾ ਪੱਖ ਤਾਂ ਆ ਵਾ, ਪਰ ਅਸੀਂ ਕਿਸਾਨ ਮਜ਼ਦੂਰ ਲਹਿਰ ਵਾਸਤੇ ਕੁਛ ਗੱਲਾਂ ਨੂੰ ਸੈਕਰੀਫਾਈਸ ਕਰਦੇ ਆ। ਆਪਦਾ ਪੱਖ ਵੀ ਰੱਖਦੇ, ਸੈਕਰੀਫਾਈਸ ਵੀ ਕਰਦੇ। ਵੀ ਕੋਈ ਅਜਿਹੀ ਗੱਲ ਇੱਥੇ ਨਾ ਹੋਵੇ ਜਿਹਦੇ ਨਾਲ ਲਹਿਰ ਨੂੰ ਨੁਕਸਾਨ ਪਹੁੰਚੇ। ਉਵੇਂ ਕੋਈ ਡਰ ਨਹੀਂ, ਕੋਈ ਭੈ ਨਹੀਂ ਹੈਗੇ, ਬੈਠੇ ਆ ਡਟ ਕੇ। ਆਹ ਪੱਖ ਆ ਸਾਡਾ। ਜੇ ਐਸਕੇਐਮ ਇਹ ਡਿਸਾਈਡ ਕਰ ਲੈਂਦਾ ਹੈ ਕਿ ਠੀਕ ਆ ਹੁਣ ਕਮੇਟੀ ਬਣ ਗਈ ਆ, ਉਹ ਕਮੇਟੀ ਜਿਹੜੀ ਐਮਐਸਪੀ ਦੇ ਮੁੱਦੇ ਦੇ ਉੱਤੇ ਜਿਹੜੀ ਆ ਗੱਲਬਾਤ ਕਰਦੀ ਰਹੂਗੀ, ਤੇ ਫਿਰ ਦੇਖਾਂਗੇ ਤੇ ਮੋਰਚੇ ਨੂੰ ਆਪਾਂ ਉਠਾ ਕੇ ਪੰਜਾਬ ਨੂੰ ਲੈ ਚੱਲਦੇ ਹਾਂ। ਤੁਸੀਂ ਜਾਣ ਲਈ ਤਿਆਰ ਹੋਵੋਗੇ ਜਾਂ ਫਿਰ ਤੁਸੀਂ ਆਪਣੀ ਗੱਲ ਜਿਹੜੀ ਆ ਉਹਦੇ ਤੇ ਉਹਨਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰੋਗੇ? ਦੇਖੋ, ਇਹ ਤਾਂ ਹਾਲੇ ਹੱਤਮੀ ਕੁਛ ਨਹੀਂ ਕਿਹਾ ਜਾ ਸਕਦਾ, ਸੰਭਾਵਨਾਵਾਂ ਤੇ ਕੁਛ ਵੀ ਨਹੀਂ ਬੋਲ ਸਕਦੇ। ਜਦੋਂ ਇਹ ਚੀਜ਼ਾਂ ਸਾਰੇ ਸਾਹਮਣੇ ਆਉਣਗੀਆਂ, ਸਾਡਾ ਪੱਖ ਉਹਨਾਂ ਨੂੰ ਕਲੀਅਰ ਹੀ ਆ, ਉਹਨਾਂ ਨਾਲ ਗੱਲਬਾਤ ਵੀ ਹੁੰਦੀ, ਸਾਰਾ ਕੁਝ ਕਲੀਅਰ ਆ, ਫਿਰ ਉਸ ਸੰਭਾਵਨਾ ਤੋਂ ਅਸੀਂ ਦੇਖਾਂਗੇ ਵੀ ਅਸੀਂ ਕੀ ਉਹਦਾ ਫੈਸਲਾ ਕਰਨਾ ਹੈਗਾ। ਬੰਦੇ ਸਭ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੋਈਆਂ, ਇਹ ਕਿਸਾਨੀ ਮੋਰਚੇ ਦਾ ਇੱਕ ਲੰਬਾ ਸੰਘਰਸ਼ ਰਿਹਾ। ਜੇ ਅਸੀਂ ਉਹਦੇ ਬਾਰੇ ਜਾਣਦੇ ਹਾਂ, ਜਿਹੜੇ ਹੁਣ ਦੀ ਸਾਡੀ ਪੀੜ੍ਹੀ ਹੋ ਗਈ ਜਾਂ ਸਾਡੇ ਬਜ਼ੁਰਗ ਹੋ ਗਏ, ਫਿਲਮ ਵਾਂਗੂ ਬੜਾ ਕੁਛ ਚੱਲਦਾ ਮੋਰਚੇ ਦਾ। ਉਹ ਪੰਜਾਬ ਤੋਂ ਉੱਠ ਕੇ ਆਉਣਾ, ਉਹ ਰਸਤਿਆਂ 'ਚ ਪੱਥਰ ਪਾਸੇ ਕਰਨੇ, ਉਹ ਜੋਸ਼, ਪੰਜਾਬੀ ਗੀਤ ਜਿਹੜੇ ਉਹਨਾਂ ਦਾ ਮੁਹਾਂਦਰਾ ਬਦਲ ਗਿਆ, ਬਹੁਤ ਕੁਛ। ਤੇ ਹੁਣ ਜਿਹੜੀ ਆ ਪੰਜਾਬ ਦੇ ਵਿੱਚ ਜਿਹੜੇ ਰਾਜਨੀਤਿਕ ਪਾਰਟੀਆਂ ਹੈਗੀਆਂ, ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ, ਹੱਥਾਂ ਪੈਰਾਂ ਦੀ ਪਈ ਆ ਵੀ ਕਿਹੜੀ ਗੱਲ ਕੀਤੀ ਜਾਵੇ। ਹਰ ਗੱਲ ਦੇ ਉੱਤੇ ਸਵਾਲ ਪੁੱਛ ਰਹੇ ਆ ਲੋਕਾਂ ਨੂੰ ਸਵਾਲ ਪੁੱਛਣੇ ਆ ਗਏ। ਕਿੰਨੇ ਸਾਰੇ ਲੀਡਰ, ਕਿੰਨੇ ਸਾਰੇ ਬੁਲਾਰੇ ਤੁਹਾਡੀਆਂ ਸਟੇਜਾਂ ਨੇ ਪੈਦਾ ਕਰ ਦਿੱਤੇ। ਹੁਣ ਕੀ ਲੱਗਦਾ ਹੈ ਪੰਜਾਬ ਦੇ ਵਿੱਚ ਰਾਜਨੀਤਿਕ ਮੁਹਾਂਦਰਾ ਕਿਵੇਂ ਦਾ ਹੋਊਗਾ ਤੁਹਾਡੇ ਨਜ਼ਰੀਏ? ਦੇਖੋ, ਸਵਾਲ ਤਾਂ ਹੈਗਾ ਵੀ ਇਸ ਮੋਰਚੇ ਦੀ ਜਿਹੜੀ ਸਭ ਤੋਂ ਵੱਡੀ ਖੂਬਸੂਰਤੀ ਹੈ ਤੇ ਸਭ ਤੋਂ ਵੱਡਾ ਇਹਦਾ ਜਿਹੜਾ ਜਿੱਤ ਆ, ਉਹ ਆ ਵੀ ਲੋਕਾਂ, ਆਮ ਜਨਤਾ ਦੀ ਚੇਤਨਾ ਨੂੰ ਉੱਚਾ ਕਰ ਦੇਣਾ। ਉਹਨਾਂ ਨੂੰ ਪਤਾ ਲੱਗ ਜਾਣਾ ਵੀ ਸਾਡੀ ਏਕਤਾ, ਸਾਡੀ ਯੂਨਿਟੀ ਦੇ ਵਿੱਚ ਕਿੰਨੀ ਤਾਕਤ ਹੈਗੀ ਆ। ਤਾਂ ਉਹ ਸਾਰੀਆਂ ਗੱਲਾਂ ਤੋਂ ਹੁਣ ਅੱਡ ਨੇ ਸੋਚ। ਐਮਐਲਏ ਐਮਪੀ ਬਣ ਕੇ ਤੇ ਸਵਾਰਿਆ ਨਹੀਂ ਜਾ ਸਕਦਾ, ਉਹ ਤਾਂ ਬੜੇ ਬੰਦੇ ਆਏ। ਹੁਣ ਜੇ ਤੁਸੀਂ ਐਂ ਸੜਕਾਂ ਤੇ ਦਰੀਆਂ ਵਿਛਾ ਕੇ ਬਹਿੰਦੇ ਹੋ, ਅੰਦੋਲਨ ਲੜਦੇ ਹੋ, ਤਾਂ ਤੁਸੀਂ ਖੇਤੀ ਦੇ 3 ਕਾਨੂੰਨ ਰੱਦ ਕਰਵਾ ਸਕਦੇ ਹੋ। ਜੇ 3 ਕਾਨੂੰਨ ਖੇਤੀ ਦੇ ਸੰਘਰਸ਼ ਕਰਕੇ ਰੱਦ ਕਰਵਾ ਸਕਦੇ ਹੋ, ਤਾਂ ਹੋਰ ਕੀ ਚਾਹੀਦਾ ਸਾਨੂੰ, ਉਹ ਵੀ ਕਰਵਾ ਸਕਦੇ ਆ। ਤਾਂ ਅਸੀਂ ਤਾਂ ਨਹੀਂ ਸਮਝਦੇ ਵੀ ਇਹਦੇ ਵਿੱਚ ਵੜ ਕੇ ਹੀ ਬਾਹਲਾ ਫਿੱਟ ਹੈਗਾ। ਸਵਾਲ ਹੈਗਾ ਆਪਣਾ ਨਜ਼ਰੀਆ। ਚਿਹਰੇ ਬਦਲ ਕੇ ਇਸ ਦੇਸ਼ ਦੇ ਵਿੱਚ ਕੋਈ ਬਦਲਾਅ ਲਿਆਵਾਂਗੇ, ਇਹ ਨਹੀਂ ਸੰਭਵ। ਜਿਹੜੀ ਵਿਵਸਥਾ ਵਾ ਤੁਹਾਡੇ ਤੇ ਰਾਜ ਕਰਦੇ, ਉਸ ਵਿਵਸਥਾ ਨੂੰ ਚੇਂਜ ਕਰਨ ਦਾ ਸਵਾਲ ਹੈ। ਜਿਹੜੇ ਦੇਸ਼ ਦੀ IPC 1861 ਵਾਲੀ ਹੋਵੇ, ਉਹਦਾ ਪੁਲਿਸ ਐਕਟ ਹੀ ਅੰਗਰੇਜ਼ਾਂ ਵਾਲਾ ਹੋਵੇ,
ਉਹਦੇ ਵਿੱਚ ਤੁਸੀਂ ਜਾ ਕੇ ਕਹੋਗੇ ਵੀ ਕੋਈ ਬਦਲਾ ਲਈ, ਉਹਦਾ ਕਲੈਕਟਰ ਐਕਟ 1835 ਵਾਲਾ ਉਹੀ ਹੋਵੇ ਜਿਹੜਾ ਉਹ ਅੰਗਰੇਜ਼ ਦੇ ਕੇ ਗਏ। ਇਹਦੀ ਵੱਡਾ ਸਿਸਟਮ ਹੀ ਉਹ ਖੜਾ ਵਾ ਸਾਡੇ ਤੇ, ਜੋ ਉਹ ਅਗਲੇ ਫੜਾ ਕੇ ਗਏ ਆ। ਤਾਂ ਸਾਨੂੰ ਆ ਵੀ ਚਿਹਰੇ ਬਦਲਦੀ ਆ, ਵਿਵਸਥਾ ਨੂੰ ਚੇਂਜ ਕਰੀਏ, ਭਾਵੇਂ ਉਹ ਵੱਡੀ ਲੜਾਈ ਹੈਗੀ ਆ। ਠੀਕ ਹੈ, ਹੌਲੀ ਹੌਲੀ ਗਾਂ ਨੂੰ ਵੱਧ ਰਹੇ ਜੇ ਅੱਜ ਇੰਨਾ ਕੁਝ ਅਸੀਂ ਕਰਕੇ ਤੇ ਗਾਂ ਅੱਗੇ ਵਧਾਂਗੇ। ਅਸੀਂ ਪੰਜਾਬ ਦੇ ਲੋਕਾਂ ਨੂੰ, ਦੇਸ਼ ਦੇ ਲੋਕਾਂ ਨੂੰ ਹਮੇਸ਼ਾ ਸੱਦਾ ਦਿੰਦੇ ਆ ਵੀ ਗੱਲ ਤਾਂ ਹਾਲੇ ਜਿੱਥੇ ਚੱਲੇ ਸੀ ਉੱਥੇ ਹੀ ਖੜੀ ਆ। ਠੀਕ ਆ, ਸਾਡਾ ਕੋਈ ਜ਼ਮੀਨ ਖੋਣ ਆਏ ਸੀ, ਅਸੀਂ ਨਹੀਂ ਖੋਣ ਦਿੱਤੀ, ਪਰ ਸਾਡੀ ਪੋਜੀਸ਼ਨ ਤਾਂ ਉਹੀ ਆ ਜਿਹੜੀ 6 ਜੂਨ ਤੋਂ ਪਹਿਲੋਂ ਵਾਲੀ ਸੀਗੀ। ਤਾਂ ਸਾਡੀਆਂ ਸਮੱਸਿਆ ਨਹੀਂ ਮੁੱਕੀਆਂ ਹੈਗੀਆਂ, ਸੰਘਰਸ਼ ਐਂ ਕੰਟੀਨਿਊਟੀ ਰਹੂਗਾ, ਐਂ ਸਾਡਾ ਸਾਥ ਦਿੰਦੇ ਰਹੋ। ਪੰਜਾਬ ਦੀ ਰਾਜਨੀਤੀ ਦੀ ਪੋਜੀਸ਼ਨ ਵੀ ਚੇਂਜ ਕਰਾਂਗੇ, ਔਰ ਦੇਖੋ ਦੇਸ਼ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਤੇ ਆਮ ਜਨਤਾ ਦੇ ਹਾਲਾਤ ਵੀ ਬਦਲਣਗੇ। ਪੰਜਾਬ ਦੇ ਹਾਕਮ ਹੋਣ ਚਾਹੇ ਕੇਂਦਰ ਦੇ ਹਾਕਮ, ਸਾਰੀਆਂ ਦੀਆਂ ਨੀਤੀਆਂ ਇੱਕੋ ਜਿਹੀਆਂ ਨੇ। ਉਹ ਲਾਰਿਆਂ 'ਚ ਨਾ ਆਉਣ, ਨਾ ਲਾਰਿਆਂ 'ਚ ਆ ਕੇ ਵਿਸ਼ਵਾਸ ਕਰਨ। ਸਭ ਤੋਂ ਵੱਡੀ ਗੱਲ ਆ, ਹੁਣ ਭਰਾ ਮਾਰੂ ਜੰਗ ਸ਼ੁਰੂ ਹੋਣੀ ਪੰਜਾਬ 'ਚ, ਤੇ ਉਹ ਭਰਾ ਮਾਰੂ ਜੰਗ 'ਚ ਧੜੇਬੰਦੀ, ਪਾਰਟੀ ਬਾਈ ਤੋਂ ਉੱਪਰ ਉੱਠ ਕੇ ਆਪਣਾ ਭਾਈਚਾਰਾ ਨਹੀਂ ਟੁੱਟਣਾ ਚਾਹੀਦਾ। ਠੀਕ ਹੈ, ਵੋਟ ਕਿੱਥੇ ਪਾਉਣੀ ਕਿੱਥੇ ਨਹੀਂ ਪਾਉਣੀ ਤੁਹਾਡਾ ਨਿੱਜੀ ਆਪਣੀ ਮਰਜ਼ੀ, ਕਿੱਥੇ ਨਾ ਪਾਓ। ਤੁਸੀਂ 75 ਸਾਲਾਂ 'ਚ ਵੋਟਾਂ ਨੂੰ ਗਵਾਉਂਦੇ ਆਏ ਜੇ। 75 ਸਾਲਾਂ 'ਚੋਂ ਡੱਬੇ ਦੇ ਵਿੱਚੋਂ ਤੁਹਾਡੇ ਵਿਰੁੱਧ ਫੈਸਲੇ ਲੈਣ ਵਾਲੀਆਂ ਹਕੂਮਤਾਂ ਪੈਦਾ ਹੋਈਆਂ, ਗਾਹਾਂ ਵੀ ਤੁਹਾਡੇ ਵਿਰੁੱਧ ਫੈਸਲੇ ਕਰਨ ਵਾਲੀਆਂ ਹਕੂਮਤਾਂ ਪੈਦਾ ਹੋਣਗੀਆਂ। ਪਰ ਤੁਹਾਨੂੰ ਭਾਈਚਾਰਾ ਤੇ ਏਕਤਾ ਨਹੀਂ ਤੋੜਨੀ ਚਾਹੀਦੀ। ਏਕਤੇ ਤਾਂ ਬਲ ਰੱਖਿਓ, ਤੇ ਏਕਤਾ ਨਾਲ ਅਸੀਂ ਸਾਰਾ ਕੁਝ ਜਿੱਤਾਂਗੇ ਆਉਣ ਵਾਲੇ ਸਮੇਂ, ਜੋ ਕੁਝ ਪੰਜਾਬ ਨੂੰ ਚਾਹੀਦਾ। ਬੰਦੇ ਸਭ ਜਿਹੜੀ ਤੁਸੀਂ ਹੁਣੀ ਇਹ ਗੱਲ ਕਹੀ ਆ ਕਿ ਇਹ ਡੱਬਿਆਂ ਦੇ ਵਿੱਚੋਂ ਸਾਡੇ ਉੱਤੇ ਹਕੂਮਤ ਕਰਨ ਵਾਲੀ, ਸਾਡੇ ਵਿਰੋਧ ਦੇ ਵਿੱਚ ਜਿਹੜੀਆਂ ਕੰਮ ਕਰਨ ਵਾਲੀਆਂ ਹਕੂਮਤਾਂ ਆਉਂਦੀਆਂ ਰਹੀਆਂ, ਇਹ ਜਦੋਂ ਇਦਾਂ ਦੇ ਸਵਾਲ ਜਿਹੜੇ ਆ ਪੰਜਾਬ ਦੇ ਲੋਕਾਂ ਦੇ ਮਨ 'ਚ ਆਉਂਦੇ ਆ, ਤੇ ਉੱਥੇ ਕੁਝ ਲੋਕ ਹੈਗੇ ਆ ਜਿਹੜੇ ਮੋਹਤਬਾਰ ਹੈਗੇ ਆ, ਚੜੂਨੀ ਸਾਹਿਬ ਦਾ ਉਹ ਖੁੱਲ੍ਹੇਆਮ ਕਹਿੰਦੇ ਆ ਕਿ ਫਿਰ ਕਿਸਾਨਾਂ ਨੂੰ ਆਉਣਾ ਚਾਹੀਦਾ। ਜੇ ਇਹਨਾਂ ਸਾਰੀਆਂ ਪਾਰਟੀਆਂ 'ਚ ਕੋਈ ਪਾਰਟੀ ਚੰਗੀ ਹੈ ਹੀ ਨਹੀਂ ਆ, ਇਹਨਾਂ ਨੇ ਹਕੂਮਤ ਕੀਤੀ ਆ ਔਰ ਬੁਰੀ ਹਕੂਮਤ ਅੱਗੇ ਵੀ ਕਰਨਗੀਆਂ, ਤੇ ਫਿਰ ਉਹਨਾਂ ਨੇ ਕਿਹਾ ਕਿ ਬਦਲਾਵ ਜਿਹੜਾ ਹੈਗਾ ਉਹ ਕਿਸਾਨੀ ਅੱਗੇ ਆ ਕੇ ਲਿਆ ਸਕਦੀ ਆ। ਉਹਨਾਂ ਦਾ ਸਟੈਂਡ ਕਲੀਅਰ ਆ, ਔਰ ਬਹੁਤ ਸਾਰੇ ਆਗੂ ਜਿਹੜੇ ਆ ਸਾਡੇ ਐਸਕੇਐਮ ਦੇ ਡਿਨਾਈ ਵੀ ਕਰਦੇ ਰਹੇ ਆ ਕਿ ਅਸੀਂ ਆਉਣਾ ਹੀ ਨਹੀਂ ਰਾਜਨੀਤੀ ਦੇ ਵਿੱਚ, ਇਹ ਸਾਡਾ ਮਸਲਾ ਹੀ ਨਹੀਂ। ਪਹਿਲਾਂ ਮੋਰਚੇ ਵੱਲ ਦੇਖੋ, ਤੁਹਾਡਾ ਇਸ ਚੀਜ਼ ਦੇ ਉੱਤੇ ਸਟੈਂਡ ਕੀ ਆ? ਰਾਜਨੀਤੀ ਦੇ ਵਿੱਚ ਕਿਸਾਨ ਆਗੂ ਨੂੰ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ? ਦੇਖੋ, ਅਸੀਂ ਲਹਿਰਾਂ ਦੇਖੀਆਂ, ਤੁਸੀਂ ਅਸਾਮ ਦੀ ਲਹਿਰ ਦੇਖੋ, ਸਟੂਡੈਂਟ ਲਹਿਰ ਪੈਦਾ ਹੋਈ ਤਾਂ ਸਿੱਧੇ ਜਾ ਕੇ ਮੁੱਖ ਮੰਤਰੀ ਬਣ ਗਏ। ਉਹ 10 ਦਿਨ ਵੀ ਅਸਾਮ ਦਾ ਕੀ ਬਣ ਗਿਆ, ਕੀ ਜਾਂ ਤਾਂ ਸੌਰ ਗਿਆ ਵੀ ਅਸੀਂ ਕਹਿ ਲਈਏ। ਮਹਾਰਾਸ਼ਟਰ ਵਿੱਚ ਕਿਸਾਨਾਂ ਦੇ ਤਜਰਬੇ ਫੇਲ ਹੋਏ ਆ। ਪੰਜਾਬ 'ਚ ਵੀ ਕੁਝ ਕਿਸਾਨ ਲੀਡਰ ਵੱਡੇ ਪੱਧਰ ਤੇ ਕਮਿਊਨਿਸਟਾਂ ਨੇ ਵੀ ਇਲੈਕਸ਼ਨ ਲੜੀਆਂ। ਪੱਛਮੀ ਬੰਗਾਲ ਦੇ ਕਮਿਊਨਿਸਟਾਂ ਤੋਂ ਪੁੱਛ ਲਈ 35 ਸਾਲ ਰਾਜ ਕੀਤਾ, ਕੀ ਪੰਜਾਬ ਦਾ ਤੇ ਕੀ ਬੰਗਾਲ ਦਾ ਕਿੰਨਾ ਕੁ ਫਰਕ ਆ? ਇਸ ਵੇਲੇ ਕੇਰਲਾ 'ਚ ਉਹਨਾਂ ਦੀ ਸਰਕਾਰ ਹੈ, ਜਿਹੜੇ ਕਹਿੰਦੇ ਇਨਕਲਾਬ ਲਿਆ ਦੇਣਾ। ਉਹ ਵੋਟਾਂ ਰਾਹੀਂ ਕਿਹੜਾ ਇਨਕਲਾਬ ਲਿਆਏ? ਜਾਂ ਤਾਂ ਕੋਈ ਸਾਡੇ ਸਾਹਮਣੇ ਮਾਡਲ ਹੋਵੇ ਤਾਂ ਅਸੀਂ ਕਹੀਏ ਵੀ ਠੀਕ ਆ, ਵਿਅਕਤੀਗਤ ਇਮਾਨਦਾਰ ਹੋਣਾ, ਵਿਅਕਤੀਗਤ ਇਮਾਨਦਾਰ ਕੇਜਰੀਵਾਲ ਵਿਅਕਤੀਗਤ ਇਮਾਨਦਾਰ ਹੋ ਸਕਦਾ, ਪਰ ਕੀ ਆਪਨੇ ਕੀ ਕੱਢ ਲਿਆ ਉਹ ਲਹਿਰ 'ਚੋਂ? ਅੱਜ ਕੀ ਫਰਕ ਆ? ਨੀਤੀ ਤਾਂ ਉਹੀ ਹੈ ਨਾ, ਉਹੀ ਨਿੱਜੀਕਰਨ ਦਿੱਲੀ ਦੇ ਵਿੱਚ ਆ, ਉਹੀ ਨਿੱਜੀਕਰਨ ਪੰਜਾਬ ਦੇ ਵਿੱਚ ਆ। ਫਰਕ ਤਾਂ ਕੋਈ ਨਹੀਂ। ਨੀਤੀਆਂ ਤਾਂ ਜਿਹੜੀਆਂ ਵਿਸ਼ਵ ਵਪਾਰ ਸੰਸਥਾ ਕਹਿ ਰਹੀ ਲਾਗੂ, ਸਾਨੂੰ ਕੋਈ ਵੀ ਆਗੂ ਸਮਝਾ ਦੇ ਵੀ ਜਿਹੜੀ ਵਰਲਡ ਲੈਵਲ ਤੇ ਨੀਤੀਆਂ ਲਾਗੂ ਹੋ ਰਹੀਆਂ ਉਹਨਾਂ ਨੂੰ ਉਹ ਕਿਵੇਂ ਪ੍ਰਭਾਵੀ ਢੰਗ ਨਾਲ ਵਰਤਣੀ। ਜਿਹੜੀ ਆਈਐਸ ਲੌਬੀ ਹੈ, ਤੁਸੀਂ ਇਹਨੂੰ ਕਿਵੇਂ ਸੁਧਾਰ ਦੋਗੇ? ਜਿਹੜੀ ਆਈਪੀਐਸ ਲੌਬੀ ਹੈ, ਤੁਸੀਂ ਇਹਨਾਂ ਦੇ ਸਾਰਾ ਕਾਨੂੰਨ ਮੰਨ ਲਓ ਪੰਜਾਬ ਸਾਰਾ ਇੱਕ ਬੰਨੇ ਹੋ ਜੇ, ਕੀ ਸੈਂਟਰ ਦੇ ਕਾਨੂੰਨ ਚੇਂਜ ਕਰ ਦੂਗਾ? ਤਾਂ ਉਹਨਾਂ ਦੇ ਫੈਡਰਲ ਢਾਂਚੇ ਨੂੰ ਢਾਹ ਢੇਰੀ ਕੀਤਾ ਹੋਇਆ। ਕੇਂਦਰੀਵਾਦ ਕਿੰਨਾ ਭਾਰੂ ਆ ਸਾਡੇ ਮੁਲਕ ਦੇ ਵਿੱਚ। ਤਾਂ ਬਹੁਤ ਸਾਰੇ ਇਹ 2-4 ਇੰਟਰਵਿਊ ਘੰਟੇ ਦੀ ਕੋਈ ਇੰਟਰਵਿਊ ਤਾਂ ਨਹੀਂ ਵਿਕ ਜਾਣੇ, ਇਹ ਤਾਂ ਬਹੁਤ ਲੰਮੀ ਡਿਬੇਟ ਆ। ਤਾਂ ਆਪੋ ਆਪਣਾ ਨਜ਼ਰੀਆ ਵਾ, ਕਿਸੇ ਨੂੰ ਲੱਗਦਾ ਸੀ ਵਿੱਚ ਜਾ ਕੇ ਇਹਨੂੰ ਸੁਧਾਰ ਲੱਗਦਾ ਕੀ ਹੋ ਸਕਦਾ ਜਾਂ ਨਹੀਂ। ਫਿਰ ਇਹਦਾ ਹੱਲ ਕੀ ਆ? ਜੇ ਵਿੱਚ ਜਾ ਕੇ ਅਸੀਂ ਸੁਧਾਰ ਨਹੀਂ ਸਕਦੇ, ਹੁਣ ਵਾਲੀਆਂ ਪਾਰਟੀਆਂ 'ਚ ਕੋਈ ਕੰਮ ਦੀ ਹੈ ਹੀ ਨਹੀਂ ਆ, ਹੱਲ ਕੀ ਇਹਦਾ? ਹੱਲ ਇਹੀ ਆ, ਜਿਹੜਾ ਹੱਲ ਅਸੀਂ ਦਿੱਲੀ 'ਚ ਕੀਤਾ, ਅਸੀਂ ਦਰੀਆਂ ਵਿਛਾ ਕੇ ਬੈਠੇ, ਐਡਾ ਵੱਡਾ ਮੋਰਚਾ ਸੰਗਠਨ ਕੀਤਾ, ਤੇ ਕੱਲਾ ਮੋਦੀ ਜੀ ਨੂੰ ਨਹੀਂ, ਕਾਰਪੋਰੇਟ ਘਰਾਣਿਆਂ ਨੂੰ ਹਰਾ ਕੇ ਚੱਲੇ ਪੰਜਾਬ 'ਚ। ਤੁਹਾਨੂੰ ਲੱਗਦਾ ਹੈ ਕਿ ਜਿਹੜੇ ਕਿਸਾਨ ਆਗੂ ਹੈਗੇ ਆ, ਇਹ ਇੱਕ ਪ੍ਰੈਸ਼ਰ ਗਰੁੱਪਾਂ ਦੇ ਵਿੱਚ ਜ਼ਿਆਦਾ ਚੰਗੀ ਭੂਮਿਕਾ ਨਿਭਾ ਸਕਦੇ? ਬਿਲਕੁਲ, ਪ੍ਰੈਸ਼ਰ ਗਰੁੱਪ ਬਹੁਤ ਤਕੜਾ ਸਰਕਾਰਾਂ ਲਈ। ਮਤਲਬ ਅੱਜ ਤਾਈਂ ਜੇ ਦੁਨੀਆ ਵਿੱਚ ਬਦਲਾਅ ਆਏ ਨੇ ਤਾਂ ਉਹ ਇਸੇ ਕਰਕੇ ਆਏ ਨੇ, ਪ੍ਰੈਸ਼ਰ ਗਰੁੱਪਾਂ ਨੇ। ਜਿਹੜੀਆਂ ਕ੍ਰਾਂਤੀਆਂ ਆਈਆਂ ਨੇ, ਜਿਹੜੇ ਅੰਦੋਲਨ ਚੱਲੇ, ਉਹਨਾਂ ਅੰਦੋਲਨਾਂ ਨੇ ਉਹਨਾਂ ਦੀਆਂ ਸਰਜ਼ਮੀਨਾਂ ਦੇ ਉੱਤੋਂ ਸਾਰਾ ਕੁਝ ਲੋਕ ਪੱਖੀ ਘੜ ਕੇ ਰੱਖ ਦਿੱਤਾ ਹੈਗਾ। ਇਹ ਅਸੀਂ ਦੇਖਿਆ। ਹੁਣ ਕੱਲ ਨੂੰ ਕੋਈ ਕਹੂਗਾ, ਮੰਨ ਲਓ ਅੰਗਰੇਜ਼ਾਂ ਨੇ ਵੀ ਤਾਂ ਵੋਟ ਪ੍ਰਣਾਲੀ ਲੈਂਦੀ ਸੀ, ਉੱਥੇ ਕੋਈ ਫੈਸਲਾ ਕਰਦਾ ਪਿਆ ਸੀ ਤਾਂ ਉਹਨਾਂ ਦੀ ਵੋਟ ਪ੍ਰਣਾਲੀ ਦੇ ਵਿੱਚ ਲੜ ਕੇ ਜੀ ਇਹਦੇ 'ਚ ਬਦਲਾ ਲਿਆ ਹੋਣਾ ਵੀ ਮੁਹੰਮਦ ਹੁਸੈਨਾਂ ਦੀ ਵੱਧ ਗਈ। ਤਾਂ ਅੱਜ ਤਾਈਂ ਜੇ ਅਸੀਂ ਮੁਗਲਾਂ ਨੂੰ ਇੱਥੋਂ ਕੱਢਿਆ ਤਾਂ ਲੜ ਕੇ ਵੀ ਕੱਢਿਆ, ਜੇ ਅਸੀਂ ਅੰਗਰੇਜ਼ਾਂ ਨੂੰ ਇੱਥੋਂ ਬਾਹਰ ਕੱਢਿਆ ਤਾਂ ਉਹ ਲੜ ਕੇ ਹੀ ਕੱਢਿਆ। ਅੱਜ ਤਾਈਂ ਜਿਹੜੇ ਜ਼ਮੀਨਾਂ ਦੇ ਸੁਧਾਰ ਜਾਂ ਬਹੁਤ ਕੁਝ ਚੀਜ਼ਾਂ ਹਿੰਦੁਸਤਾਨ ਵਿੱਚ ਵਾਪਰੀਆਂ ਤਾਂ ਉਹ ਸੰਘਰਸ਼ ਦੇ ਵਿੱਚੋਂ ਹੀ ਵਾਪਰੀਆਂ।
ਜਾਂ ਲੀਡਰ ਬਣ ਕੇ ਕਿੰਨੇ ਕੁ ਬਦਲਾਅ ਹੋ ਗਏ? ਤਾਂ 19 21 ਦਾ ਫਰਕ ਹੈ। ਸੁਧਾਰ ਆ ਤੁਹਾਡੇ ਅੰਦਰ, ਥੋੜਾ ਜਿਹਾ ਸੁਧਾਰ ਕਰ ਦਿਓ, ਥੋੜਾ ਜਿਹਾ ਕਰ ਲਓ। ਮੂਲ ਰੂਪ ਵਿੱਚ ਤੁਹਾਡਾ ਵਿਵਸਥਾ ਤਾਂ ਉਹੀ ਦੀ ਉਹੀ ਆ। ਤੁਸੀਂ ਵਿਵਸਥਾ ਸਹੀ ਕਰ ਲਓ, ਬੰਦਾ ਜਿਹੜਾ ਮਰਜ਼ੀ ਚੁਣ ਰਹੇ ਹੋ, ਵਿਵਸਥਾ ਤੁਹਾਡੀ ਠੀਕ ਹੋਊਗੀ, ਉਹ ਕਦੀ ਗਲਤ ਕੰਮ ਕਰ ਨਹੀਂ ਦਊਗੀ। ਹੁਣ ਦੇਖੋ ਨਾ ਵੀ ਕਿਵੇਂ ਗੁਲਾਮਾਂ ਵਾਲੀ ਆਈਪੀਸੀ ਆ, ਇੱਥੇ ਚਰਚਾ ਹੀ ਨਹੀਂ ਹੁੰਦੀ, ਮੀਡੀਆ ਵੀ ਨਹੀਂ ਬੋਲਦਾ ਹੈਗਾ। ਇੱਕ ਆਈਪੀਸੀ ਆ ਜਿੱਧਰ ਨੂੰ ਅਸੀਂ ਭੱਜਦੇ ਆ, ਉਹ ਕਹਿੰਦੇ ਸਬੂਤ ਲੱਭੂਗਾ ਤੇ ਬੰਦਾ ਗ੍ਰਿਫਤਾਰ ਕਰਨਾ। ਇਹ ਕਹਿੰਦੇ ਵੀ ਜੇ ਕੋਈ ਬੋਲਦਾ ਤਾਂ ਜੂਏ ਪੂਏ ਚੱਲ ਅੰਦਰ। ਹੁਣ ਕਿੰਨਾ ਫਰਕ ਹੈ ਜ਼ਮੀਨ ਅਸਮਾਨ ਦਾ। ਉਸ ਮੁਲਕ ਵਿੱਚ ਅਸੀਂ ਕਹਿੰਦੇ ਵੀ ਐਮਐਲਏ ਐਮਪੀ ਬਣ ਕੇ ਅਸੀਂ ਸੁਧਾਰ ਦਾਂਗੇ, ਇਹ ਸੰਭਵ ਨਹੀਂ ਹੈਗਾ। ਪੰਦੇ ਸਾਹਿਬ, ਦੋਨਾਂ ਹਾਲਾਤਾਂ ਦੇ ਵਿੱਚ ਐਸਕੇਐਮ ਦਾ ਜੋ ਵੀ ਡਿਸੀਜਨ ਹੁੰਦਾ 5 ਮੈਂਬਰੀ ਕਮੇਟੀ ਤੋਂ ਤੁਸੀਂ ਸੰਤੁਸ਼ਟ ਨਹੀਂ ਹੋ, ਉਹਦੇ ਬਾਵਜੂਦ ਮੀਟਿੰਗ ਜੇ ਹੁੰਦੀ ਹੈ ਅਮਿਤ ਸ਼ਾਹ ਜੀ ਦੇ ਨਾਲ, ਜਿਹਦੇ ਕਿ ਕਿਆਸਾਂ ਰਹੀਆਂ ਲੱਗ ਰਹੀਆਂ ਕਿ 5 ਮੈਂਬਰੀ ਕਮੇਟੀ ਦੀ ਮੀਟਿੰਗ ਹੋਊਗੀ, ਉਸ ਤੋਂ ਬਾਅਦ ਜੋ ਵੀ ਫੈਸਲਾ ਲਿਆ ਜਾਂਦਾ ਦੋਨਾਂ ਹਾਲਤਾਂ 'ਚ ਮੋਰਚਾ ਚੱਕਣ ਦਾ ਜਾਂ ਮੋਰਚਾ ਹਜੇ ਲਾਈ ਰੱਖਣ ਦਾ, ਦੋਨਾਂ ਹਾਲਤਾਂ 'ਚ ਤੁਹਾਡੀ ਜਿਹੜੀ ਰਣਨੀਤੀ ਕੀ ਹੈ? ਦੇਖੋ ਸਪਸ਼ਟ ਕਹਿੰਦੇ ਮੋਰਚਾ ਜਾਰੀ ਰੱਖਣਾ ਚਾਹੀਦਾ, ਠੀਕ ਹੈ। ਕਿਹਦੇ ਨਾਲ ਮੀਟਿੰਗ ਕਰ ਲੈਣ ਨਾ ਕਰ ਲੈਣ ਕੋਈ ਵੱਡੀ ਗੱਲ ਨਹੀਂ ਹੈ, ਮਸਲੇ ਹੱਲ ਹੋਣੇ ਚਾਹੀਦੇ ਆ। ਜੇ ਮਸਲੇ ਰਹਿੰਦੇ ਜਿਹੜੇ ਰਹਿ ਗਏ ਉਹ ਹੱਲ ਹੋ ਜਾਣ ਤਾਂ ਬਹੁਤ ਪੋਜ਼ਿਟਿਵ ਹੋਊਗਾ, ਬਹੁਤ ਚੰਗਾ ਹੋਊਗਾ। ਸ਼ਾਇਦ ਇਹ ਮੋਰਚਾ ਬਾਰ-ਬਾਰ ਨਹੀਂ ਬਣਨਾ ਹੁੰਦਾ। ਕਿਸੇ ਨੂੰ ਲੱਗਦਾ ਵੀ ਕਿਸੇ ਦੀ ਰਾਤ ਵੀ ਸਾਹ ਲੈ ਕੇ ਆ ਜਾਾਂਗੇ, ਸਾਹ ਲੈ ਕੇ ਏਡਾ ਵੱਡਾ ਨਹੀਂ ਤੁਸੀਂ ਚੱਲ ਸਕਦੇ ਸਾਹ, ਠੀਕ ਆ, ਅੰਦੋਲਨ ਚੱਲਦੇ ਰਹਿਣਗੇ। ਇਸ ਕਿਸਮ ਦਾ ਮੋਰਚਾ ਨਹੀਂ ਅਸੀਂ ਕੱਲ ਨੂੰ ਬਣਾ ਸਕਦੇ। ਜੇ ਉਧਰੋਂ ਫੈਸਲਾ ਆ ਜਾਂਦਾ ਕਿ ਠੀਕ ਹੈ ਜੀ ਆਪਾਂ ਇਹ ਕਮੇਟੀ ਜਿਹੜੀ ਆ ਕੰਮ ਕਰੂਗੀ ਇਹਦੇ ਉੱਤੇ ਤੇ ਆਪਾਂ ਮੋਰਚਾ ਜਿਹੜਾ ਚੱਕ ਕੇ ਚੱਲਦੇ ਆ ਪੰਜਾਬ ਨੂੰ, ਤੁਸੀਂ ਅੜੋਗੇ? ਅਸੀਂ ਉਸ ਜਦੋਂ ਚੀਜ਼ਾਂ ਹੋਣਗੀਆਂ ਉਹਦੇ ਹਿਸਾਬ ਨਾਲ ਸਾਰੀ ਪੋਜੀਸ਼ਨ ਦਾ ਜਾਇਜ਼ਾ ਲਾਂਗੇ। ਆਪਾਂ ਇਹ ਗੱਲ ਤੁਹਾਡੇ ਸ਼ੁਰੂਆਤ 'ਚ ਕਹਿਤੀ ਵੀ ਇਸ ਕਿਸਮ ਦਾ ਕੁਝ ਵੀ ਨਹੀਂ ਪਹੁੰਚ ਹੋਊਗੀ ਵੀ ਫੁੱਟ ਨਜ਼ਰ ਆਵੇ, ਪਰ ਅਸੀਂ ਲੋਕਾਂ ਤੱਕ ਆਪਦਾ ਪੱਖ ਤਾਂ ਰੱਖਾਂਗੇ ਵੀ ਸਾਡਾ ਇਸ ਮਸਲੇ ਤੇ ਆ ਪੱਖ ਹੈ। ਉਹਦੇ ਸੰਦਰਭ ਵਿੱਚ ਦੇਖਾਂਗੇ ਜਦੋਂ ਇਹ ਫੈਸਲਾ ਆਊਗਾ ਵੀ ਉਦੋਂ ਕੀ ਸੋਚਣਾ ਹੈਗਾ। ਆਖਰੀ ਜਿਹੜੀ ਮੈਂ ਗੱਲ ਕਹਿਣਾ ਚਾਹੁੰਦੀ ਆ, ਇਲੈਕਸ਼ਨਸ ਆ ਔਰ ਬਹੁਤ ਸਾਰੀ ਜਿਹੜੀਆਂ ਪਾਰਟੀਆਂ ਹੈਗੀਆਂ ਉਹਨਾਂ ਨੂੰ ਲੱਗਦਾ ਕਿਸਾਨ 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 ਸ਼ਬਦ ਆਉਣ ਲੱਗ ਪਿਆ। ਪ੍ਰਧਾਨ ਮੰਤਰੀ ਮੋਦੀ ਸਾਹਿਬ ਜਿਨ੍ਹਾਂ ਦੇ ਮੂੰਹ ਤੇ ਕਿਸਾਨ ਤਾਂ ਆਇਆ ਹੀ ਨਹੀਂ ਸੀ, ਇੱਕ ਬਹੁਤ ਪਵਿੱਤਰ ਜਗ੍ਹਾ ਕਹਿ ਸਕਦੇ ਹੁੰਦੇ ਆ ਲੋਕਤੰਤਰ ਦੇਸ਼ ਦੀ, ਕਿ ਉਤੇ ਸੰਸਦ ਦੇ ਵਿੱਚ ਖੜ ਕੇ ਅੰਦੋਲਨ ਜੀਵੀ ਆਪਣੇ ਹੀ ਦੇਸ਼ ਦੇ ਨਾਗਰਿਕਾਂ ਨੂੰ ਬੋਲਣਾ, ਫਿਰ ਉਹਨਾਂ ਦੇ ਮੂੰਹ 'ਚ ਕਿਸਾਨ ਸ਼ਬਦ ਆਇਆ ਬੜੇ ਮਹੀਨਿਆਂ ਬਾਅਦ। ਜਦੋਂ ਪ੍ਰਧਾਨ ਮੰਤਰੀ ਸਾਹਿਬ ਬੋਲਦੇ ਸੀ ਉਡੀਕਦੇ ਹੁੰਦੇ ਸੀ ਕਿਸਾਨ ਬੈਠ ਕੇ ਟੀਵੀਆਂ ਦੇ ਉੱਤੇ ਕਿ ਅੱਜ ਤਾਂ ਕੁਝ ਬੋਲਣਗੇ ਕਿਸਾਨਾਂ ਦੇ ਬਾਰੇ 'ਚ। ਉਹ ਸਭ ਕੁਝ ਹੁੰਦਾ ਇਹਨਾਂ ਬਦਲਦੇ ਜਿਹੜੇ ਸਮੀਕਰਨ ਹੈਗੇ ਇਹਨਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ? ਇਲੈਕਸ਼ਨ ਸਿਰ ਤੇ ਆ, ਮੋਦੀ ਸਾਹਿਬ ਵੀ ਕਿਤੇ ਨਾ ਕਿਤੇ ਸਾਡੀਆਂ ਬੀਬੀਆਂ ਪਿੰਡਾਂ ਵਾਲੀਆਂ ਕਹਿੰਦੀਆਂ ਵਿਚਾਰਾ ਮੰਨ ਹੀ ਗਿਆ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਕੀ ਪੰਜਾਬੀਆਂ ਨੂੰ ਸੁਨੇਹਾ ਦੇਣਾ ਚਾਹੁੰਦੇ? ਦੇਖੋ ਅੱਜ ਜੇ ਕਿਸਾਨ ਦਾ ਨਾਂ, ਕਿਸਾਨ ਮਜ਼ਦੂਰ ਦਾ ਨਾਂ ਪੂਰੀ ਦੁਨੀਆ ਵਿੱਚ ਲਿਆ ਜਾ ਰਿਹਾ ਜਾਂ ਹਾਕਮ ਮਜਬੂਰ ਕਰ ਦਿੱਤੇ ਅਸੀਂ ਵੀ ਉਹਨਾਂ ਨੂੰ ਕਿਸਾਨ ਮਜ਼ਦੂਰ ਦਾ ਨਾਂ ਲਏ ਤੋਂ ਬਗੈਰ ਕੋਈ ਨੇ ਵੜਨ ਹੀ ਨਹੀਂ ਦੇਣਾ ਪਿੰਡਾਂ 'ਚ, ਤਾਂ ਇਹ ਲਹਿਰ ਦੀ ਸਾਡੀ ਦੀ ਦੇਣ ਆ। ਲੋਕ ਨਾ ਸਮਝਣ ਵੀ ਇਹ ਕਿਤੇ ਮਤਲਬ ਇਹ ਵਿਚਾਰੇ ਨੇ ਕਿਤੇ ਜਾਂ ਇਹਨਾਂ ਨੂੰ ਬਹੁਤ ਪਿਆਰ ਆ ਸਾਡੇ ਨੂੰ, ਇਹਨਾਂ ਨੂੰ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਇੱਕ ਪ੍ਰੀਟੀਕਲ ਸਮਝ ਹੁੰਦੀ ਆ ਵੀ ਜਦੋਂ ਕੋਈ ਮੁੱਦੇ ਉੱਭਰ ਜਾਂਦੇ ਨੇ ਤੇ ਹਾਕਮਾਂ ਨੂੰ ਉੱਤੇ ਬੋਲਣਾ, ਉਹਨਾਂ ਦੇ ਪੱਖ 'ਚ ਗੱਲਾਂ ਕਰਨੀਆਂ, ਉਹਨਾਂ ਦੀ ਜ਼ਿੰਦਗੀ ਮੌਤ ਹੁੰਦੀ ਆ। ਤਾਂ ਉਹ ਮੌਕੇ ਦੀ ਹਵਾ ਦੇ ਅਨੁਸਾਰ ਬਿਆਨ ਦਾਗਦੇ ਆ। ਉਹਨਾਂ ਨੂੰ ਕਿਸਾਨਾਂ ਦੀ ਭਲਾਈ ਨਾਲ ਲੈਣਾ ਦੇਣਾ ਕੋਈ ਵੀ ਨਹੀਂ ਹੈਗਾ। ਲੋਕ ਗੁੰਮਰਾਹ ਨਾ ਹੋਣ। ਜੋ ਕੁਝ ਸਾਨੂੰ ਅੱਜ ਮਿਲਿਆ ਏਕਤਾ 'ਚੋਂ ਮਿਲਿਆ, ਜੋ ਕੁਝ ਅਸੀਂ ਕੱਲ੍ਹ ਲੈਣਾ ਤੋਂ ਸੰਘਰਸ਼ 'ਚੋਂ ਲੈਣਾ, ਹੋਰ ਇਹਦਾ ਬਦਲ ਕੋਈ ਹੈ ਨਹੀਂਗਾ। ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ। ਇਹ ਸਨ ਸਰਵਣ ਸਿੰਘ ਪੰਧੇਰ, ਹਮੇਸ਼ਾ ਤੋਂ ਆਪਣੀ ਜਿਹੜੀ ਆ ਬਿੰਦਾਸ ਤਰੀਕੇ ਦੇ ਨਾਲ ਆਪਣੀ ਰਾਏ ਰੱਖਦੇ ਆਏ ਆ। ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਮੋਢੇ ਲਾ ਕੇ ਚੱਲਦੇ ਆਏ ਆ, ਪਰ ਇਹਨਾਂ ਚੀਜ਼ਾਂ ਦੇ ਵਿੱਚ ਕੁਝ ਇੱਕ ਚੀਜ਼ਾਂ ਹੈਗੀਆਂ ਜਿਸ ਤਰੀਕੇ ਨਾਲ 5 ਮੈਂਬਰੀ ਕਮੇਟੀ ਦੇ ਉੱਤੇ ਸੰਤੁਸ਼ਟ ਨਹੀਂ ਆ। ਔਰ ਇਹਨਾਂ ਦਾ ਕਹਿਣਾ ਹੈ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਕੁਝ ਮੀਟਿੰਗਾਂ ਹੁੰਦੀਆਂ, ਜੋ ਕੁਝ ਐਸਕੇਐਮ ਦੇ ਵੱਲੋਂ ਆਉਂਦਾ, ਉਹਦੇ ਉੱਤੇ ਆਪਣੀ ਜਿਹੜੀ ਰਾਏ ਜ਼ਰੂਰ ਰੱਖਣਗੇ ਔਰ ਦੇਖਣਗੇ ਕਿ ਇਹਨਾਂ ਨੇ ਕੀ ਕਰਨਾ ਔਰ ਉਹਨਾਂ ਦੇ ਨਾਲ ਚੱਲਣਾ ਜਾਂ ਉਹਨਾਂ ਨੂੰ ਆਪਣੀ ਗੱਲ ਦੇ ਉੱਤੇ ਕਨਵਿੰਸ ਕਰਾ ਕੇ ਇਸ ਮੋਰਚੇ ਨੂੰ ਹੋਰ ਜਾਰੀ ਰੱਖਣ ਦੀ ਕੋਸ਼ਿਸ਼ ਕਰਨਗੇ ਇਹ, ਤਾਂ ਕਿ ਜਿਹੜੀਆਂ ਮੰਗਾਂ ਰਹਿੰਦੀਆਂ ਉਹਨਾਂ ਦੇ ਉੱਤੇ ਕਮੇਟੀਆਂ ਬਣਨ ਦੀ ਬਜਾਏ ਹੁਣੇ ਜਿਹੜੀਆਂ ਫਾਈਨਲ ਜਿਹੜੇ ਹੱਲ ਹੋ ਕੇ ਤੇ ਫਿਰ ਹੀ ਪੰਜਾਬ ਦੇ ਵੱਲ ਨੂੰ ਜਾਇਆ ਜਾਵੇ। ਇਸ ਤਰ੍ਹਾਂ ਦੀਆਂ ਹੋਰ ਅਪਡੇਟਸ ਲਈ ਜੁੜੇ ਰਹੋ ਔਨ 에ਅਰ ਦੇ ਨਾਲ। ਫਿਲਹਾਲ ਦਿਓ ਇਜਾਜ਼ਤ। ਮੈਂ ਰਮਨਪੁਰ, ਕੈਮਰਾਮੈਨ ਯਾਦਵਿੰਦਰ ਸਿੰਘ ਦੇ ਨਾਲ, ਸਿੰਘੂ ਬਾਰਡਰ ਤੋਂ।